ਆਗੂਆਂ ਨੂੰ ਇਹਨਾਂ ਭਗਤਾਂ ਨੇ ਪੂਰੀ ਤਰ੍ਹਾਂ ਵਿਗਾੜਿਆ ਜਿਹੜੇ ਸਮਾਜ ਨੂੰ ਜਾਤ ਪਾਤ ਦੇ ਨਾਂ ਤੇ ਵੰਡ ਰਹੇ ਸਨ। ਅੱਜ ਅਸੀਂ ਇਹ ਅਹਿਮ ਵਿਸ਼ਾ ਜੋ ਦਲਿਤ ਭਾਈਚਾਰੇ ਨਾਲ ਕੇਵਲ ਸੰਬੰਧ ਨਹੀਂ ਰੱਖਦਾ, ਸਿੱਖ ਕੌਮ ਦੀਆਂ ਅਣਗਹਿਲੀਆਂ, ਕਮਜ਼ੋਰੀਆਂ, ਸਾਡੇ ਆਗੂਆਂ ਦੀ ਰਾਜਨੀਤੀ, ਵੋਟਾਂ ਦੇ ਖਾਤਰ ਵੰਡ ਔਰ ਕਈ ਐਸੇ ਕਾਰਨ ਹਨ ਜਿਹੜੇ ਪ੍ਰਿੰਸੀਪਲ ਸਾਹਿਬ ਆਪ ਜੀ ਨਾਲ ਸਾਂਝੇ ਕਰਨਗੇ, ਜਿਹੜੇ ਇਸ ਲੈਕਚਰ ਰਾਹੀਂ ਸਾਨੂੰ ਪੂਰਾ ਗਿਆਨ ਬਖਸ਼ਣਗੇ। ਇਹ ਅਸੀਂ ਅੱਜ ਲੈਕਚਰ ਸ਼ੁਰੂ ਕਰ ਰਹੇ ਹਾਂ, ਦਲਿਤ ਭਾਈਚਾਰਾ ਸਿੱਖੀ ਤੋਂ ਦੂਰ ਕਿਉਂ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਅੱਜ ਦੀ ਇਹ ਵਿਚਾਰ ਆਰੰਭ ਕਰਨਗੇ ਜੀ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਪੱਧਰ ਤੇ ਜਿੱਥੇ ਜਿੱਥੇ ਵੀ ਅੱਜ ਦੀ ਗੁਰਮਤਿ ਕਲਾਸ ਦੇ ਵਿੱਚ ਮਿਸ਼ਨਰੀ ਵੀਰ ਹਾਜ਼ਰੀਆਂ ਲਵਾ ਰਹੇ ਹਨ, ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹੋਇਆ ਸਿੱਖ ਮਿਸ਼ਨਰੀ ਕਾਲਜ ਵੱਲੋਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ। ਇੱਕ ਅਹਿਮ ਵਿਸ਼ਾ ਜੋ ਸਾਡੀ ਕੌਮ ਦੀ ਵੱਡੀ ਤਰਾਸਦੀ ਬਣ ਚੁੱਕੀ ਹੈ ਕਿ ਦਲਿਤ ਭਾਈਚਾਰਾ ਸਾਡੇ ਤੋਂ ਦਿਨ ਪ੍ਰਤੀ ਦਿਨ ਦੂਰ ਹੁੰਦਾ ਜਾ ਰਿਹਾ ਹੈ। ਇਸ ਦੇ ਸੰਬੰਧ ਵਿੱਚ ਮੇਨ ਵਿਸ਼ਾ ਜਾਤ ਪਾਤ ਦਾ ਹੀ ਰਹੇਗਾ, ਪਰ ਸਿੱਖ ਧਰਮ ਤੋਂ ਪਹਿਲਾਂ ਸਾਡਾ ਇਹ ਜਾਤ ਪਾਤ ਦਾ ਵਿਤਕਰਾ, ਜਾਤ ਪਾਤ ਦੀ ਵਿਚਾਰਧਾਰਾ ਕਿੱਥੋਂ ਕਿਵੇਂ ਸ਼ੁਰੂ ਹੋਈ ਤੇ ਸਿੱਖ ਧਰਮ ਦੇ ਵਿੱਚ ਇਹਦੀ ਕੀ ਥਾਂ ਹੈ, ਮੈਂ ਅੱਜ ਦੱਸਣ ਦੀ ਇਹੀ ਕੋਸ਼ਿਸ਼ ਕਰਨੀ ਹੈ ਕਿ ਸਿੱਖ ਧਰਮ ਦੇ ਵਿੱਚ 10 ਗੁਰੂ ਸਾਹਿਬਾਨ ਨੇ ਸਾਰੀ ਮਾਨਵਤਾ ਦੇ ਲਈ ਜੋ ਰੋਜ਼ਾਨਾ ਅਰਦਾਸ ਸਿੱਖ ਕਰਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਿਸੇ ਇੱਕ ਜਾਤ ਦੀ ਗੱਲ ਨਹੀਂ, ਕਿਸੇ ਇੱਕ ਫਿਰਕੇ ਦੀ ਗੱਲ ਨਹੀਂ, ਬਲਕਿ ਜੋ ਗੁਰੂ ਪਾਤਸ਼ਾਹ ਨੇ ਸਰਬ ਮਾਨਵਤਾ ਦੇ ਲਈ ਸਰਬ ਕਲਿਆਣਕਾਰੀ ਵਿਚਾਰਧਾਰਾ ਦਿੱਤੀ, ਉਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਸ ਤਰ੍ਹਾਂ ਦੇ ਇਨਕਲਾਬੀ ਵਿਚਾਰ ਦਿੱਤੇ। ਸੋ ਗੁਰੂ ਪਾਤਸ਼ਾਹ ਦੇ ਪਾਵਨ ਉਪਦੇਸ਼ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਨਾ 426 ਉੱਤੇ ਤੀਜੇ ਪਾਤਸ਼ਾਹ ਦੇ ਪਾਵਨ ਬਚਨ ਹਨ। ਭਗਤ ਰਤੇ ਸੇ ਉਤਮਾ ਜਤ ਪਤ ਸ਼ਬਦੇ ਹੋਏ, ਬਿਨ ਨਾਵੇਂ ਸਭ ਨੀਚ ਜਾਤ ਹੈ, ਵਿਸ਼ਟਾ ਕਾ ਕੀੜਾ ਹੋਏ। ਸਤਿਗੁਰੂ ਨੇ ਪਾਵਨ ਫਰਮਾਨ ਦੇ ਰਾਹੀਂ ਸਮਝਾ ਦਿੱਤਾ ਕਿ ਜੋ ਵੀ ਇਨਸਾਨ, ਉਹ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਹਿੰਦੂ ਸਿੱਖ ਈਸਾਈ ਮਨੁੱਖ ਔਰਤ ਮਰਦ, ਜਿਹੜਾ ਵੀ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੀ ਭਗਤੀ ਕਰਦਾ ਹੈ ਤੇ ਉਸ ਦਾ ਸਭ ਤੋਂ ਵੱਡੀ ਬਖਸ਼ਿਸ਼ ਅਕਾਲ ਪੁਰਖ ਦੀ ਹੁੰਦੀ ਹੈ ਕਿ ਉਹ ਪਰਮਾਤਮਾ ਵਾਹਿਗੁਰੂ ਦਾ ਹੀ ਬਣ ਜਾਂਦਾ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਪਰ ਬਿਨ ਨਾਵੇਂ ਸਭ ਨੀਚ ਜਾਤ ਹੈ। ਜੇ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਨਹੀਂ ਜੁੜਿਆ ਹੋਇਆ, ਹਰ ਕੋ ਨਾਮ ਜਪ ਨਿਰਮਲ ਕਰਮ, ਪਰਮਾਤਮਾ ਦੀ ਜਾਤ ਤੇ ਨੇਕ ਕਰਮ ਨਹੀਂ, ਤਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਵਿਸ਼ਟਾ ਦਾ ਕੀੜਾ ਹੋਏ, ਉਹ ਗਟਰ ਦਾ ਕੀੜਾ ਹੈ। ਭਾਵ ਜਿਹੜਾ ਸਮਾਜ ਨੂੰ ਦੁੱਖ ਦਿੰਦਾ ਹੈ, ਸਮਾਜ ਨੂੰ ਪਰੇਸ਼ਾਨ ਕਰਦਾ ਹੈ। ਇਸ ਲਈ ਅਸੀਂ ਇਹ ਗੱਲ ਸੰਖੇਪ ਵਿੱਚ ਕਹਿ ਲੈਂਦੇ ਹਾਂ ਕਿ ਸਿੱਖ ਧਰਮ ਵਿੱਚ ਨੀਵੀਂ ਜਾਤ ਦੀ ਹੀਨ ਭਾਵਨਾ ਤੇ ਵੱਡੀ ਜਾਤ ਦਾ ਹੰਕਾਰ ਦੋਵੇਂ ਗੱਲਾਂ ਪ੍ਰਵਾਨ ਨਹੀਂ ਕੀਤੀਆਂ ਗਈਆਂ। ਸਾਰੀ ਮਨੁੱਖਤਾ ਨੂੰ ਇੱਕ ਪਿਤਾ ਇੱਕ ਕੇ ਹਮ ਬਾਰਕ ਜਾਂ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇਹ ਦ੍ਰਿੜ ਕਰਵਾਉਣ ਦੇ ਲਈ ਗੁਰੂ ਨਾਨਕ ਜੋਤ ਨੇ 239 ਸਾਲ ਦਾ ਸਮਾਂ ਲਾ ਕੇ ਸਿੱਖੀ ਵਿੱਚੋਂ ਜਾਤ ਪਾਤ ਦੀ ਗੰਦੀ ਵਿਚਾਰਧਾਰਾ ਨੂੰ ਜੜੋਂ ਹੀ ਖਤਮ ਕਰ ਦਿੱਤਾ ਸੀ ਤੇ ਮਨੁੱਖਤਾ ਨੂੰ ਇਹ ਗੱਲ ਸਮਝਾਈ
श्री गुरु ग्रंथ साहिब जी महाराज का पन्ना 1163 राग भैरों दे विच बाबा नामदेव जी के पावन वचन दर्ज किए गए हैं कि जिनके भीतर है अंतरा जैसे पश कैसे हो नरा। भाव जिन्हां दे हिरदे दे विच जात पात ऊच नीच आदि दे वितकरे हन, वो अपने आप को विशक ते ब्रह्म ज्ञानी कहला लैन। संत बाबे होर कोई भी तखलस रख लैन, पर सच्चे पातशाह कहते ने अकाल पुरख वाहिगुरू की दरगाह विच ते गुरु साहिबान की नज़र विच जैसे पश तैसे होए नरा। वो इस तरह हैं जिवें पशु हैं, वो मनुखा नूं पशुओं के समान ही गिणिया जा सकता है। ऐसी इनकलाबी विचारधारा गुरु नानक पातशाह ने संसार नूं दित्ती सी। हिंदू धर्म ते सिख धर्म विच सब तो वड्डा वखरेवा, सब तो वड्डा न्यारापन ये कहा जा सकता है कि हिंदू धर्म विच जात पात नूं बहुत सख्ती नाल लागू किया गया है। उसके मुकाबले ते सिख धर्म विच जात पात नूं कोई मानता नहीं दिती, बल्कि उतनी ही सख्ती दे नाल जात पात नूं रोकिया गया। पर फिर भी साडी ये बदकिस्मती है कि सिखां विच जात पाती विचारधारा वड्डे पद्धर ते कैंसर ते करोना की बीमारी वांग फैलती जा रही है, जिस कारण साडा ये भाईचारा जिहड़ा है वो सिੱਖੀ तो दूर होंदा जा रहा। ਇਹਦੇ ਭਾਵੇਂ अनेकां ही कारण होर हो सकते हैं, पर सब तो वड्डा कारण मैं समझदा हाँ जिन्हां सिख आगूआं ने जात पात की इस विचारधारा नूं रोकना सी, ਉਹ ਆਪ ਹੀ ਗੁਰਬਾਣੀ ਸਿਧਾਂਤਾਂ ਤੇ ਸਿੱਖ ਰਹਿਤ ਮਰਜ਼ਾਦਾ ਤੋਂ ਸਖਣੇ ਹਨ। ਉਹਨਾਂ ਨੂੰ ਆਪ ਇਸ ਗੱਲ ਦਾ ਗਿਆਨ ਨਹੀਂ ਕਿ ਗੁਰੂ ਸਾਹਿਬਾਨ ਨੇ ਸਾਨੂੰ ਕੀ ਹੁਕਮ ਦਿੱਤੇ ਹਨ। ਉਹ ਆਪ ਗੁਰਮਤਿ ਵਿਚਾਰਧਾਰਾ ਤੋਂ ਸਖਣੇ ਹੋਣ ਕਰਕੇ ਜਾਤ ਪਾਤ ਦੇ ਇਸ ਡੂੰਘੇ ਸਮੁੰਦਰ ਦੇ ਵਿੱਚ ਆਪ ਹੀ ਗੋਤੇ ਖਾ ਰਹੇ ਹਨ। ਇਸ ਲਈ ਦੂਜੇ ਪਾਸੇ ਜੇ ਸਿੱਖ ਆਪ ਹੀ ਗੁਰਮਤਿ ਵਿਚਾਰਧਾਰਾ ਦੇ ਨਾਲ ਨਹੀਂ ਜੁੜੇ ਤਾਂ ਜਿਹੜੇ ਜਾਤ ਪਾਤ ਦਾ ਸ਼ਿਕਾਰ ਹੋਇਆ ਭਾਈਚਾਰਾ ਸੀ ਉਹਨੂੰ ਤਾਂ ਅਸੀਂ ਆਪ ਦੱਸਣਾ ਸੀ ਨਾ। ਅਸੀਂ ਦੱਸਣ ਤੋਂ ਅਸਮਰੱਥ ਰਹਿ ਗਏ। ਅਸੀਂ ਉਹਨਾਂ ਨੂੰ ਦੱਸ ਹੀ ਨਹੀਂ ਸਕੇ ਕਿ ਜਿੱਥੇ ਹਿੰਦੁਸਤਾਨ ਵਰਗੀ ਧਰਤੀ ਦੇ ਵਿੱਚ ਇਹ ਵਿਚਾਰਧਾਰਾ ਨੇ ਮਾਨਵਤਾ ਦੇ ਇੱਕ ਹਿੱਸੇ ਨੂੰ ਬੁਰੀ ਤਰ੍ਹਾਂ ਲਤਾੜਿਆ, ਕੁਚਲਿਆ, ਜਲੀਲ ਕੀਤਾ, ਉਹਦੇ ਮੁਕਾਬਲੇ ਤੇ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਬਰਾਬਰ ਦਾ ਮਾਣ ਸਨਮਾਨ ਦੇ ਲਈ ਕੀ कारनामे किए, किस तरह दी मर्यादा चालू कीतियां और कितने कष्ट झल के आप ते अपने सरबंस वार के इस भाईचारे नूं सर्वोच्च स्थान दिता। ये साडी बदकिस्मती है। ये सारियां गल्लां क्योंकि वो भाईचारा दूर किवें गया, मेन गल इक्को ही है कि असीं सिख धर्म दे आलमगीरी सिद्धांत जो सर्व कल्याणकारी सिद्धांत हैं उन्हां तक पहुंचाउण दे विच असमर्थ रहे हैं। सो गुरु साहिबान ने की कीता ये तो आने वाले समय दे विच अपने लैक्चरां दे विच आने वाले समय च इस गल बारे विचार की जाएगी। पर अज कुछ सवालों का उत्तर पहला साडे पास जरूरी होना चाहिए है। सब तो पहली गल कि जात पात की उत्पत्ति के कारण की हैं, ये मैं संखेप विच ही दस देना चाहना हाँ कि जात पात की उत्पत्ति के कारण राजनीतिक कारण सब तो वड्डा है। जो राजनीति प्रभावित होंगी है वो समाज से भी असर पैंदा, समाजिक कारण भी हैं। धर्म के आगू पुजारीवाद किसी भी हालत में किसी भी धर्म का पुजारीवाद हो जो निज प्रस्ती विच खुद प्रस्ती विच फस जाता है, वो मानववादी सिद्धांतों को भुला के उही गल्लां प्रचारदा ते उही गल्लां अपने ते लागू करता है, जिहदे नाल उन्हां दी अपनियां दुकानदारियां चलदियां रहन। सो सारे धर्मां दे लोग कोई माड़े नहीं हुंदे ते सारे ही चंगे भी ना होंदे। पर सब तो वड्डा दुखदाई भाना उदों वापरदा है जो धर्म के नाम थल्ले ऐसी विचारधारा का प्रचार जिहड़ा है वो निजी मकसद के लिए करना शुरू कर दिता जाता है। जात पात के फैलन के आर्थिक साधन भी होंदे हैं, क्योंकि हौमे जिहड़ी है वो पैसे के नाल नाल रुतबे के नाल नाल वधदी है। इस तरह ज्ञान या अज्ञानता वाली सोच, धार्म घट गिनतियां ते
ਬਹੁਗਿਣਤੀ ਦੀ ਹੈਂਕੜ ਆਦਿ ਜਾਤ ਪਾਤ ਵਰਗੀ ਵਿਚਾਰਧਾਰਾ ਦੇ ਪੈਦਾ ਹੋਣ ਦੇ ਅਨੇਕਾਂ ਕਾਰਨ ਸਾਡੇ ਧਰਮ ਵਿੱਚੋਂ ਵੀ ਲਗਭਗ ਉਹੀ ਮਿਲ ਜਾਣਗੇ। ਹੁਣ ਪਹਿਲਾ ਸਵਾਲ ਹੈ ਕਿ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਜਾਤ ਪਾਤ ਦੇ ਵਿਤਕਰੇ ਕਾਇਮ ਹਨ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਲਗਭਗ ਦੁਨੀਆ ਦੇ ਅਨੇਕਾਂ ਦੇਸ਼ਾਂ ਦੇ ਵਿੱਚ ਇਹ ਜਾਤ ਪਾਤੀ ਵਿਚਾਰਧਾਰਾ ਦੇ ਵਿਤਕਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਮਿਲਦੇ ਹਨ। ਇਹ ਰੰਗ, ਨਸਲ, ਔਰਤ, ਮਰਦ, ਦੇਸੀ, ਪਰਦੇਸੀ, ਗੋਰਾ ਜਾਂ ਕਾਲਾ ਆਦਿ ਕਈ ਰੂਪਾਂ ਦੇ ਵਿੱਚ ਇਦਾਂ ਦੇ ਵਿਤਕਰੇ ਸਾਨੂੰ ਮਿਲਦੇ ਨੇ। ਹੁਣੇ ਅਮਰੀਕਾ ਦੇ ਵਿੱਚ ਜਿਵੇਂ ਕਿ ਅਸੀਂ ਕੁਝ ਦਿਨ ਪਹਿਲਾਂ ਹੀ ਦੇਖਿਆ ਕਿ ਦੇਸ਼ ਵਿੱਚ ਕਾਲੇ ਤੇ ਗੋਰੇ ਵਾਲੇ ਵਿਤਕਰੇ ਕਾਰਨ ਕਿੰਨਾ ਵੱਡਾ ਸੰਘਰਸ਼ ਹੋਇਆ ਕਿ ਸੰਸਾਰ ਦੇ ਲੋਕਾਂ ਨੇ ਆਪਣੀ ਅੱਖੀਂ ਤੱਕ ਲਿਆ। ਮੈਂ ਇਸ ਪਾਸੇ ਪਰ ਟਾਈਮ ਨਹੀਂ ਲਾਣਾ ਚਾਹੁੰਦਾ, ਪਰ ਖੁਸ਼ਕਿਸਮਤੀ ਉਸ ਦੇਸ਼ ਦੀ ਇਹ ਸੀ ਕਿ ਉੱਥੋਂ ਦੀ ਜਨਤਾ ਪੜ੍ਹੀ ਲਿਖੀ, ਬਹੁਤ ਸੁਚੇਤ ਔਰ ਸਿਆਸਤਦਾਨਾਂ ਦੀ ਚਾਲ ਨੂੰ ਸਮਝ ਕੇ ਛੇਤੀ ਹੀ ਸਾਰੇ ਦੇਸ਼ ਦੇ ਲੋਕ ਇੱਕ ਹੋ ਗਏ ਤੇ ਉਹਨਾਂ ਨੇ ਸਿਆਸੀ ਲੋਕਾਂ ਦੇ ਨੱਕ ਵਿੱਚ ਨਕੇਲ ਪਾ ਦਿੱਤੀ। ਇਸੇ ਤਰ੍ਹਾਂ ਮਿਸਰ ਦੇਸ਼ ਦੇ ਵਿੱਚ ਵੀ ਜੋ ਕਿਤਾਬਾਂ ਮੈਂ ਪੜ੍ਹੀਆਂ ਉਹਨਾਂ ਦਾ ਜ਼ਿਕਰ ਅੱਗੇ ਕਰਾਂਗਾ ਕਿ ਸੂਰ ਪਾਲਣ ਵਾਲੇ ਕਿਸੇ ਮੰਦਿਰ ਵਿੱਚ ਨਹੀਂ ਜਾ ਸਕਦੇ ਸਨ ਤੇ ਉਹਨਾਂ ਨੂੰ ਆਪਣੇ ਭਾਈਚਾਰੇ ਵਿੱਚ ਹੀ ਰਿਸ਼ਤੇ ਨਾਤੇ ਕਰਨੇ ਪੈਂਦੇ ਸਨ ਔਰ ਉਹਨਾਂ ਨਾਲ ਵੀ ਜਾਤ ਪਾਤ ਵਰਗਾ ਜੋ ਸਾਡੇ ਦੇਸ਼ ਵਿੱਚ ਵਿਤਕਰਾ ਉਹਨਾਂ ਨਾਲ ਹੁੰਦਾ ਸੀ। ਇਸੇ ਤਰ੍ਹਾਂ ਅਫਰੀਕਾ ਦੇ ਵਿੱਚ ਉੱਤਰੀ ਪੂਰਬੀ ਇਲਾਕੇ ਵਿੱਚ ਮਸਾਲੀ ਲੋਕ ਲੋਹਾਰ ਜਾਤੀ ਨੂੰ ਘਟੀਆ ਸਮਝਦੇ ਹਨ। ਉਹਨਾਂ ਦੇ ਅੱਡ-ਅੱਡ ਬਸਤੀਆਂ ਵਿੱਚ ਉਹਨਾਂ ਦੀ ਰਿਹਾਇਸ਼ ਰੱਖਣੀ ਪੈਂਦੀ ਹੈ। ਉਹਨਾਂ ਨੂੰ ਕਿਸੇ ਸਮੇਂ ਵੀ ਕੋਈ ਮਸਾਲੀ ਕਿਸੇ ਲੋਹਾਰ ਨੂੰ ਬਿਨਾਂ ਦੋਸ਼ ਦੇ ਸਜ਼ਾ ਦੇ ਸਕਦਾ ਸੀ। ਲੋਹਾਰਾਂ ਦੀ ਬਣਾਈ ਹੋਈ ਹਰ ਚੀਜ਼ ਅਪਵਿੱਤਰ ਮੰਨੀ ਜਾਂਦੀ ਸੀ ਤੇ ਉਸ ਨੂੰ ਗਰੀਸ ਲਾ ਕੇ ਪਵਿੱਤਰ ਕੀਤਾ ਜਾਂਦਾ ਸੀ। ਰਾਤ ਸਮੇਂ ਲੋਹਾਰਾਂ ਦਾ ਨਾਮ ਨਹੀਂ ਲੈ ਸਕਦੇ ਕਿਉਂਕਿ ਇਹ ਵਹਿਮ ਪਾ ਦਿੱਤਾ ਸੀ ਉੱਥੇ ਦੇ ਆਗੂਆਂ ਨੇ ਕਿ ਜੇ ਰਾਤ ਨੂੰ ਲੋਹਾਰਾਂ ਦਾ ਨਾਮ ਲੈ ਲਿਆ ਤਾਂ ਹੋ ਸਕਦਾ ਹੈ ਸ਼ੇਰ ਬਸਤੀ ਉੱਤੇ ਹਮਲਾ ਕਰ ਦੇਣ ਤੇ ਕਿਸੇ ਨੂੰ ਵੀ ਇਹ ਨਾਮ ਲੈਣ ਦੀ ਇਜਾਜ਼ਤ ਨਹੀਂ ਸੀ। ਅਫਰੀਕਾ ਦੇ ਦੂਜੇ ਹਿੱਸੇ ਵਿੱਚ ਇਬੂ ਸੁਸਾਇਟੀ ਵਾਲੇ ਉਸ ਲੋਕਾਂ ਨਾਲ ਵਿਤਕਰਾ ਕਰਦੇ ਸਨ। ਉਹਨਾਂ ਨੂੰ ਅੱਡ ਬਸਤੀਆਂ ਵਿੱਚ ਰਹਿਣਾ ਪੈਂਦਾ ਸੀ, ਉਹਨਾਂ ਨਾਲ ਕੋਈ ਮੇਲ ਜੋਲ ਨਹੀਂ ਸੀ ਰੱਖਦੇ ਤੇ ਕਿਸੇ ਨੂੰ ਉਸੂ ਕਹਿ ਦੇਣਾ ਸਭ ਤੋਂ ਵੱਡੀ ਗਾਲ ਸਮਝਿਆ ਜਾਂਦਾ ਸੀ। ਜਾਪਾਨ ਵਿੱਚ ਵੀ ਕਿਸੇ ਵੇਲੇ ਏਟਾ ਨਾਮ ਦਾ ਕਬੀਲਾ ਅਛੂਤ ਮੰਨਿਆ ਜਾਂਦਾ ਸੀ। ਪਸ਼ੂਆਂ ਬਰਾਬਰ ਜੀਵਨ ਗੁਜ਼ਾਰਦੇ ਸਨ। ਪਿੰਡਾਂ ਤੋਂ ਬਾਹਰ ਵੱਖਰੀਆਂ ਬਸਤੀਆਂ ਵਿੱਚ ਵੱਖਰੀ ਪੁਸ਼ਾਕ ਤੇ ਉਹਨਾਂ ਲਈ ਵੀ ਇਹ ਹੁਕਮ ਸੀ ਕਿ ਹਨੇਰੇ ਵਿੱਚ ਹੀ ਉਹ ਘਰ ਤੋਂ ਬਾਹਰ ਨਿਕਲ ਸਕਦੇ ਸਨ। ਜਦੋਂ ਅਸੀਂ ਚਾਈਨਾ ਦੀ ਸੱਭਿਅਤਾ ਦੇਖਦੇ ਹਾਂ, ਚੀਨ ਵਿੱਚ ਜਾਤ ਪਾਤ ਨਾਲ ਮਿਲਦੇ ਵਿਤਕਰੇ, ਨਾਈਆਂ ਨੂੰ ਨੀਚ ਸਮਝਿਆ ਜਾਂਦਾ ਸੀ। ਸਰਕਾਰੀ ਨੌਕਰੀ ਨਹੀਂ ਉਹ ਕਰ ਸਕਦੇ ਸਨ। ਨਾਚੇ, ਨਾਚੀਆਂ, ਪੁਲਸੀਏ ਅਤੇ ਮਲਾਹ ਲੋਕ, ਇਹਨਾਂ ਨੂੰ ਵਿਆਹ ਸ਼ਾਦੀਆਂ ਵੀ ਆਪਣੇ ਭਾਈਚਾਰੇ ਵਿੱਚ ਕਰਨੀਆਂ ਪੈਂਦੀਆਂ ਸਨ। ਪਰ ਸਮੁੱਚੇ ਤੌਰ ਤੇ ਉਹਨਾਂ ਦੇਸ਼ਾਂ ਦੀ ਇਹ ਖੁਸ਼ਕਿਸਮਤੀ ਹੈ ਕਿ ਇਹ ਅਸੂਲ ਉਹਨਾਂ ਦੇ ਦੇਸ਼ਾਂ ਦੇ ਅਸੂਲ ਨਹੀਂ ਬਣ ਸਕੇ। ਤੇ ਭਾਰਤ ਦੇਸ਼ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਸਭ ਤੋਂ ਗੰਦੀ ਜਿਹੜੀ ਹੈ ਉਹ ਵਿਚਾਰਧਾਰਾ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਭਾਰਤ ਦੇਸ਼ ਦੇ ਵਿੱਚ ਬਣੀ ਕਿਉਂਕਿ ਮਨੂਵਾਦ ਦੇ ਮਨਹੂਸ ਸਾਏ ਹੇਠ ਪੈਦਾ ਹੋਈ ਵਿਚਾਰਧਾਰਾ ਅਧੀਨ ਜਾਤਵਾਨੀ ਲੋਕਾਂ ਨੇ ਜਾਤ ਪਾਤ ਨੂੰ ਬਹੁਤ ਖਤਰਨਾਕ ਹੱਦ ਤੱਕ ਪਹੁੰਚਾਇਆ। ਇਸ ਭਿਆਨਕ ਦਾਸਤਾਨ ਦਾ ਸਾਨੂੰ ਹਿੰਦੂ ਧਰਮ ਦੇ ਮਨੂ ਸਿਮਰਤੀ ਵਰਗੇ ਅਨੇਕਾਂ ਹੋਰ ਗ੍ਰੰਥਾਂ ਵਿੱਚ, ਜਿਨ੍ਹਾਂ ਦੇ ਮੈਂ ਕੁਝ ਹਵਾਲੇ ਵੀ ਦੇਵਾਂਗਾ ਤੇ ਉਹਨਾਂ ਦੇ ਪੰਨਾ ਜਾਂ ਸ਼ਲੋਕ ਅਧਿਆਇ ਆਦਿਕ ਦੱਸ ਕੇ ਅੱਗੇ ਮੈਂ ਗੱਲ ਕਰਾਂਗਾ। ਪਰ ਇਸ ਤੋਂ ਪਹਿਲਾਂ ਇਹ ਗੱਲ ਸਮਝਣੀ ਵੀ ਜ਼ਰੂਰੀ ਹੈ ਕਿ ਇਹਨਾਂ ਲੋਕਾਂ ਵੱਲੋਂ ਇਤਨੀ ਕਠੋਰ ਤੇ ਜਾਤ ਪਾਤ ਵਾਲੀ ਜ਼ਾਲਮ ਵਿਚਾਰਧਾਰਾ ਨੂੰ ਕਿਉਂ ਅਪਣਾਇਆ ਗਿਆ, ਇਸ ਦਾ ਉੱਤਰ ਸਾਨੂੰ ਦੇਸ਼ ਦੇ ਪੁਰਾਤਨ ਇਤਿਹਾਸ ਵਿੱਚੋਂ ਖੋਜਣਾ ਪਵੇਗਾ। ਸੋ ਭਾਰਤ ਵਿੱਚ ਜਾਤ ਪਾਤ ਦੇ ਵਿਤਕਰੇ ਸਖਤੀ ਨਾਲ ਕਿਉਂ ਲਾਗੂ ਕੀਤੇ ਗਏ, ਇਹ ਕੁਝ ਕਿਤਾਬਾਂ ਜਿਹੜੀਆਂ ਹੈ ਮੈਂ ਬੇਨਤੀ ਕਰਾਂਗਾ ਇਹ ਜ਼ਰੂਰ, ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਇਹਨੂੰ ਜ਼ਰੂਰ ਪੜ੍ਹਨ ਦੀ ਕੋਸ਼ਿਸ਼ ਕਰਨੀ ਕਿਉਂਕਿ ਸਭ ਤੋਂ ਵੱਡੀ ਜਾਤ ਇੱਥੇ ਬ੍ਰਾਹਮਣੀ ਜਾਤ ਨੂੰ ਹੀ ਮੰਨਿਆ ਗਿਆ। ਇਹ ਹਿੰਦੁਸਤਾਨ ਦਾ ਬਹੁਤ ਪੁਰਾਣਾ ਤੇ ਪ੍ਰਭਾਵਸ਼ਾਲੀ ਮਤ ਹੈ। ਪੁਰਾਤਨ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਜਿਵੇਂ ਈਸਟ ਇੰਡੀਆ ਕੰਪਨੀ ਦੁਆਰਾ ਵਪਾਰ ਦੇ ਬਹਾਨੇ ਅੰਗਰੇਜ਼ਾਂ ਨੇ ਭਾਰਤ ਵਿੱਚ ਪ੍ਰਵੇਸ਼ ਕੀਤਾ ਅਤੇ ਦੇਸ਼ ਨੂੰ ਗੁਲਾਮ ਬਣਾਇਆ, ਈਰਾਨ,
यूनान ਅਤੇ ਚੀਨ ਆਦਿ ਦੇਸ਼ਾਂ ਤੋਂ ਆਏ ਹੋਏ ਵਿਦੇਸ਼ੀ ਲੋਕਾਂ ਨੇ ਸਾਡੇ ਲੋਕ ਆਰੀਅਨ ਕਹਿਲਾਏ, ਜਿਨ੍ਹਾਂ ਨੇ ਆਦਿਵਾਸੀ ਲੋਕਾਂ ਨੂੰ ਆਪਣੇ ਸੇਵਕ ਬਣਾ ਕੇ ਪਹਿਲਾਂ ਕੰਮ ਵੰਡੇ ਤੇ ਕੰਮ ਦੇ ਆਧਾਰ ਤੇ ਹੀ ਜਾਤ ਪਾਤ ਅਤੇ ਗੋਤਾਂ ਵਿੱਚ ਕੇ ਨਫ਼ਰਤ ਭਰਪੂਰ ਵਿਤਕਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਗੱਲ ਦਾ ਜ਼ਿਕਰ ਕੇਵਲ ਮੈਂ ਹੀ ਨਹੀਂ ਕਰਦਾ, ਬਲਕਿ ਹਿੰਦੁਸਤਾਨ ਦੀਆਂ ਮਹਾਨ ਹਸਤੀਆਂ ਤੇ ਮਹਾਨ ਇਤਿਹਾਸਕਾਰਾਂ ਨੇ ਆਹ ਕਿਤਾਬਾਂ ਦੇ ਮੈਂ ਨਾਂ ਆਪ ਜੀ ਨੂੰ ਦੱਸਣ ਲੱਗਾ ਹਾਂ, ਜਿਹਦੇ ਵਿੱਚ ਇਹ ਜ਼ਿਕਰ ਤੁਸੀਂ ਆਪ ਪੜ੍ਹ ਸਕਦੇ ਹੋ। ਸਭ ਤੋਂ ਪਹਿਲਾਂ ਡਾਕਟਰ ਰਾਧਾ ਕ੍ਰਿਸ਼ਨਨ ਜੀ, ਸਾਬਕਾ ਰਾਸ਼ਟਰਪਤੀ ਸਾਡੇ ਦੇਸ਼ ਦੇ, ਉਹਨਾਂ ਨੇ ਪੁਸਤਕ ਲਿਖੀ ਹੈ ਭਾਰਤੀ ਦਰਸ਼ਨ। ਉਹ ਕਿਤਾਬ ਪੜ੍ਹ ਕੇ ਪਤਾ ਲੱਗ ਸਕਦਾ ਹੈ ਕਿ ਕਿਸ ਵੀ ਹੋਈ। ਦੂਜੇ ਨੰਬਰ ਤੇ ਪੰਡਿਤ ਜਵਾਹਰ ਲਾਲ ਜੀ ਨਹਿਰੂ, ਸਾਬਕਾ ਪ੍ਰਧਾਨ ਮੰਤਰੀ। ਇਹ ਦੋਵੇਂ ਹਸਤੀਆਂ ਆਪ ਬ੍ਰਾਹਮਣ ਜਾਤੀ ਨਾਲ ਸੰਬੰਧਿਤ ਹਨ। ਇਹਨਾਂ ਦੀ ਲਿਖੀ ਪੁਸਤਕ ਹਿੰਦੁਸਤਾਨ ਕੀ ਕਹਾਣੀ, ਇਹਦੇ ਵਿੱਚੋਂ ਪਤਾ ਲੱਗੇਗਾ। ਫਿਰ GL ਸਾਹੂ, ਮਾਨਵ ਜਾਤੀ ਸਭ ਬਰਾਬਰ ਹੈ, ਕੋਈ ਊਚ ਨਹੀਂ ਕੋਈ ਨੀਚ ਨਹੀਂ, ਉਹਨਾਂ ਦੀ ਇਹ ਪੁਸਤਕ। ਡਾਕਟਰ ਸ਼ਾਮ ਲਾਲ ਪਾਂਡੇ, ਵੇਦ ਕਾਲੀਨ ਰਾਜ ਵਿਵਸਥਾ, ਇਹਨਾਂ ਦੀ ਪੁਸਤਕ ਵਿੱਚੋਂ ਵੀ ਜਾਤ ਪਾਤ ਬਾਰੇ ਹਵਾਲੇ ਮਿਲੇ ਹਨ। ਸ਼੍ਰੀ ਸੰਤ ਰਾਮ ਜੀ BA ਹੁਸ਼ਿਆਰਪੁਰ, ਜਿਨ੍ਹਾਂ ਨੇ ਪੁਸਤਕ ਲਿਖੀ ਹੈ ਹਮਾਰਾ ਸਮਾਜ। ਇਸੇ ਤਰ੍ਹਾਂ ਸਰਦਾਰ ਗੁਰਨਾਮ ਸਿੰਘ ਜੀ ਮੁਕਤਸਰ, ਭਾਰਤੀ ਲੋਕ ਨੀਚ ਕਿਵੇਂ ਬਣੇ, ਤੇ ਸਰਦਾਰ ਜਗਜੀਤ ਸਿੰਘ ਜੀ ਗਾਜ਼ੀਆਬਾਦ, ਜਿਨ੍ਹਾਂ ਦੀ ਪੁਸਤਕ ਸਿੱਖ ਇਨਕਲਾਬ। ਇਹ ਵਿਸ਼ੇਸ਼ ਤੌਰ ਤੇ 7-8 ਪੁਸਤਕਾਂ ਜਿਹੜੀਆਂ ਪੜ੍ਹਨਯੋਗ ਹਨ, ਜਿੱਥੋਂ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਮਿਲ ਜਾਏਗਾ। ਕੰਮਾਂ ਦੀ ਵੰਡ ਦੇ ਮਾਮਲੇ ਵਿੱਚ ਇਹ ਲਿਖਿਆ ਮਿਲਦਾ ਹੈ, ਬ੍ਰਾਹਮਣ ਨੇ ਆਪਣੇ ਲਈ 6 ਕੰਮ ਆਪਣੇ ਅਧਿਕਾਰ ਖੇਤਰ ਵਿੱਚ ਲੈ ਲਏ, ਜਿਨ੍ਹਾਂ ਨੂੰ ਖੱਟ ਕਰਮ ਕਿਹਾ ਗਿਆ। ਖੱਟ ਮੈਨੇ 6, ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, ਦਾਨ ਦੇਣਾ ਤੇ ਦਾਨ ਲੈਣਾ, ਯੱਗ ਕਰਨੇ ਤੇ ਕਰਾਉਣੇ। ਇਹ 6 ਕਰਮ ਬ੍ਰਾਹਮਣ ਨੇ ਆਪਣੇ ਹੱਥ ਲਏ ਸਨ, ਪਰ ਜਿਉਂ-ਜਿਉਂ ਪੁਜਾਰੀਵਾਦੀ ਨੀਤੀ ਬਦਲਦੀ ਗਈ, ਆਪਣੇ ਨਿੱਜੀ ਲਾਲਚ ਦੇ ਕਰਕੇ ਇਹਨਾਂ ਵਿੱਚੋਂ 3 ਆਪਣੇ ਵਾਸਤੇ ਕਰਕੇ ਬਾਕੀ ਰਿਜੈਕਟ ਹੀ ਕਰ ਦਿੱਤੇ। ਵਿਦਿਆ ਪੜ੍ਹਨੀ ਕੇਵਲ ਆਪਣੇ ਅਧਿਕਾਰ ਖੇਤਰ ਵਿੱਚ, ਦੂਜਾ ਪੜ੍ਹ ਹੀ ਨਹੀਂ ਸਕਦਾ ਸੀ। ਦਾਨ ਲੈਣ ਤੱਕ ਹੀ ਸੀਮਿਤ ਰਹਿ ਗਏ, ਦਾਨ ਦੇਣ ਵਾਲੀ ਗੱਲ ਛੱਡ ਹੀ ਦਿੱਤੀ ਗਈ। ਯੱਗ ਕਰਨੇ ਤੇ ਕਰਾਉਣ ਵਾਲੀ ਗੱਲ ਛੱਡ ਕੇ ਲੋਕਾਂ ਕੋਲੋਂ ਯੱਗ ਕਰਨੇ ਹੀ, ਲੋਕਾਂ ਦੇ ਘਰਾਂ ਵਿੱਚ ਜਾ ਕੇ। ਇਹ ਯਾਦ ਰੱਖ ਲੈ, ਬਾਕੀ 3 ਕੰਮ ਜਿਹੜੇ ਨਜ਼ਰਅੰਦਾਜ਼ ਕਰ ਦਿੱਤੇ ਗਏ। ਦੂਜੇ ਨੰਬਰ ਤੇ ਖੱਤਰੀ, ਜਿਨ੍ਹਾਂ ਦੀ ਡਿਊਟੀ ਹੈ ਬ੍ਰਾਹਮਣਾਂ ਵਿੱਚੋਂ ਸੀ, ਪਰ ਆਪਣੀ ਸ਼ਸਤਰਧਾਰੀ ਫੌਜ ਆਪਣੀ ਰੱਖਿਆ ਦੇ ਲਈ ਤਿਆਰ ਕੀਤੀ, ਉਹਨਾਂ ਨੂੰ ਖੱਤਰੀ ਕਿਹਾ ਗਿਆ। ਇਹ ਬ੍ਰਾਹਮਣ ਹੀ ਸਨ। ਵੈਸ਼, ਬ੍ਰਾਹਮਣਾਂ ਵਿੱਚੋਂ ਹੀ ਜ਼ਮੀਨ ਜਾਇਦਾਦ ਦੇ ਮਾਲਕ ਅਤੇ ਰਾਜ ਭਾਗ ਦੀ ਜ਼ਿੰਮੇਵਾਰੀ ਵਾਲਿਆਂ ਨੂੰ ਰਾਜਪੂਤ ਕਿਹਾ ਗਿਆ। ਇਹ 3 ਜਾਤਾਂ ਸਭ ਤੋਂ ਵੱਡੀਆਂ ਮਹਾਨ ਹਿੰਦੁਸਤਾਨ ਦੀਆਂ, ਜੋ ਹੈ ਅਸਲੀਅਤ ਦੇ ਵਿੱਚ ਆਰੀਅਨ ਲੋਕ ਜਾਂ ਬ੍ਰਾਹਮਣ ਲੋਕ ਸਨ। ਸ਼ੂਦਰ ਜਾਤ ਜਿਹੜੀ ਹੈ, ਉਹ ਦੇਸ਼ ਦੇ ਮੂਲ ਜਾਂ ਆਦਿਵਾਸੀਆਂ ਨੂੰ 3 ਵਰਨਾਂ ਦੀ ਸੇਵਾ ਸੰਭਾਲ ਤੇ ਛੋਟੇ-ਮੋਟੇ ਕੰਮ ਦਿੱਤੇ ਗਏ। ਇਹਨਾਂ ਲੋਕਾਂ ਨੂੰ ਕੰਮ ਦੇ ਆਧਾਰ ਤੇ ਹੀ ਜਾਤ ਪਾਤ, ਗੋਤ ਦੇ ਆਧਾਰ ਤੇ ਵੰਡ ਕੇ ਉਹਨਾਂ ਤੋਂ ਪੜ੍ਹਨ ਪੜ੍ਹਾਉਣ, ਖਾਣ ਪੀਣ, ਪਹਿਰਾਨ, ਰਹਿائش ਵਧੀਆ ਰੱਖਣ ਦੇ ਸਾਰੇ ਅਧਿਕਾਰ ਖੋਹ ਕੇ ਪੂਰੀ ਤਰ੍ਹਾਂ ਗੁਲਾਮ ਬਣਾ ਦਿੱਤਾ ਗਿਆ। ਸਦੀਆਂ ਤੋਂ ਸ਼ੂਦਰ ਕਹਿ ਜਾਣ ਵਾਲੇ ਲੋਕਾਂ ਨਾਲ ਗੁਲਾਮਾਂ ਵਾਲਾ ਵਿਵਹਾਰ ਅੱਜ ਤੱਕ ਨਿਰੰਤਰ ਜਾਰੀ ਹੈ। ਕੇਵਲ ਪੰਜਾਬ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਜਾਂ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੈ ਕਿ 10% ਜਿਹੜਾ ਹੈ ਉਹ ਭਾਵੇਂ ਬੜਾ ਭਿਆਨਕ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਪਰ ਦੂਜੇ ਸਟੇਟਾਂ ਦੇ ਮੁਕਾਬਲੇ ਤੇ ਇਹ ਆਪ ਸਟੱਡੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਨਾਤ ਸ਼ਬਦ ਵੀ ਇੱਕ ਵਰਤਿਆ ਜਾਂਦਾ ਹੈ। 12 ਜਾਤ ਔਰ ਸਨਾਤ, 7 ਸਨਾਤ ਪਰ 12 ਜਾਤ, ਜਾਣੇ ਨਾ ਹੀ ਰਾਜਨੀਤੀ ਬਾਤ। ਇਹਦੇ ਬਾਰੇ ਗੱਲ ਫੇਰ ਕਰਾਂਗੇ। ਪਰ ਸਨਾਤ ਕਿਹਾ ਸੀ, ਜਿਨ੍ਹਾਂ ਆਦਿਵਾਸੀਆਂ ਨੂੰ ਸਭ ਤੋਂ ਨੀਚ ਤੇ ਸਭ ਤੋਂ ਘਟੀਆ ਕੰਮ 7 ਕਿਸਮ ਦੇ ਵੰਡੇ ਗਏ, ਉਹਨਾਂ ਨੂੰ 7 ਸਨਾਤ ਦਾ ਨਾਮ ਦਿੱਤਾ ਗਿਆ। ਰਿਸ਼ੀ ਮੁਨੀ ਤੇ ਦੇਵਤਿਆਂ ਦੀ ਪੈਦਾਇਸ਼ ਕੀਤੀ ਗਈ। ਇਹ ਬ੍ਰਾਹਮਣੀ ਵਿਚਾਰਧਾਰਾ ਦੇ ਮੁਤਾਬਕ ਬ੍ਰਾਹਮਣਾਂ ਨੇ ਆਪਣੇ ਆਪ ਨੂੰ ਰਿਸ਼ੀ ਮੁਨੀ, ਆਪਣੇ ਮੁੰਡੇ ਕੁੜੀਆਂ ਨੂੰ ਦੇਵੀ ਦੇਵਤੇ ਬਣਾ ਕੇ ਤੇ ਸ਼ੂਦਰਾਂ ਨੂੰ ਉਹਨਾਂ ਦੇ ਸੇਵਕ ਬਣਾਇਆ ਅਤੇ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਲਗਾ ਦਿੱਤਾ। ਇੱਕ ਜਾਤੀ ਹੋਰ ਰਾਖਸ਼ ਜਾਤ, ਜਿਹਦਾ ਜ਼ਿਕਰ ਬੜਾ
ਪੁਰਾਤਨ ਗ੍ਰੰਥਾਂ ਦੇ ਵਿੱਚ ਹਿੰਦੁਸਤਾਨ ਦੇ ਚ ਆਇਆ ਕਿ ਸ਼ੂਦਰਾਂ ਵਿੱਚੋਂ ਜਿਨ੍ਹਾਂ ਅਣਖੀ ਲੋਕਾਂ ਨੇ ਇਹਨਾਂ ਰਾਜਨੀਤਿਕ ਲੋਕਾਂ ਦਾ ਦੇ ਜ਼ੁਲਮਾਂ ਦਾ ਵਿਰੋਧ ਕੀਤਾ ਔਰ ਅਣਖ ਦੇ ਨਾਲ ਲੜਦੇ ਰਹੇ, ਮਰਦੇ ਰਹੇ, ਉਹਨਾਂ ਨੂੰ ਰਾਖਸ਼ ਦੀ ਸੰਗਿਆ ਦਿੱਤੀ ਗਈ। ਇੱਦਾਂ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਕੰਮ ਦੇ ਆਧਾਰ ਤੇ ਹੀ ਇਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਸੀ, ਉਹ ਮੈਂ ਕੁਝ ਹਵਾਲੇ ਆਪ ਜੀ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਹਿੰਦੂ ਧਰਮ ਦੇ ਧਰਮ ਗ੍ਰੰਥਾਂ ਵਿੱਚ ਸ਼ੂਦਰਾਂ ਦੀ ਤਰਸਯੋਗ ਹਾਲਤ ਤੇ ਬ੍ਰਾਹਮਣਾਂ ਦੀ ਵਿਸ਼ੇਸ਼ਤਾ ਜਿਹੜੀ ਹੈ ਉਹ ਕਈ ਗ੍ਰੰਥਾਂ ਦੇ ਵਿੱਚ ਮਿਲਦੀ ਹੈ। ਜਿਵੇਂ ਤੁਲਸੀ ਰਮਾਇਣ ਦੇ ਵਿੱਚ ਬੜਾ ਮਸ਼ਹੂਰ ਸ਼ਲੋਕ ਜੋ ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤ ਮਾਰਤੰਡ ਭਾਗ ਦੂਜਾ ਤੇ ਪੰਨਾ 501 ਤੇ ਜਾਤ ਪਾਤ ਦੇ ਸਿਰਲੇਖ ਹੇਠ ਦਿੰਦੇ ਨੇ ਕਿ ਗੁਸਾਈ ਤੁਲਸੀਦਾਸ ਜੀ ਦਾ ਇਹ ਵਿਚਾਰ ਹੈ, ਸੇਵੀਏ ਵਿਪਰ ਗਿਆਨ ਗੁਣਹੀਨਾ। ਭਾਵ ਬ੍ਰਾਹਮਣ ਬਿਸ਼ੱਕ ਤੇ ਗਿਆਨ ਤੋਂ ਵੀ ਸਖਣਾ ਹੋਵੇ, ਉਹਦੇ ਚ ਗੁਣ ਵੀ ਕੋਈ ਨਾ ਹੋਵੇ, ਪਰ ਉਹਦੀ ਸੇਵਾ, ਉਹਦੀ ਪੂਜਾ ਮਾਨਤਾ ਜ਼ਰੂਰੀ ਹੈ। ਉਹਦੇ ਮੁਕਾਬਲੇ ਤੇ ਸ਼ੂਦਰ ਨਾ ਸੇਵੀਏ ਗਿਆਨ ਪ੍ਰਵੀਨਾ। ਵੇ ਸ਼ੂਦਰ ਭਾਵੇਂ ਕਿੰਨਾ ਵਧੀਆ ਹੋਵੇ, ਪੜ੍ਹਿਆ ਲਿਖਿਆ ਔਰ ਚੰਗੇ ਤੋਂ ਚੰਗਾ ਵੀ ਹੋਵੇ, ਤਾਂ ਵੀ ਉਹਦੀ ਪੂਜਾ ਮਾਨਤਾ, ਉਹਦੀ ਸੇਵਾ ਕਰਨੀ ਜਿਹੜੀ ਹੈ ਉਹ ਮਨਾ ਕੀਤੀ ਗਈ ਹੈ। ਇਸੇ ਤਰ੍ਹਾਂ ਸਵਾਮੀ ਦਇਆਨੰਦ ਜੀ ਦਾ ਗ੍ਰੰਥ ਹੈ ਸਤਿਆਰਥ ਪ੍ਰਕਾਸ਼। ਇਹ ਸਤਿਆਰਥ ਪ੍ਰਕਾਸ਼ ਦੇ ਵਿੱਚ ਪੰਨਾ 318 ਤੋਂ 323 ਤੱਕ ਉਹਨਾਂ ਨੇ ਲਿਖਿਆ ਹੈ ਕਿ ਬ੍ਰਾਹਮਣ ਅਛੂਤ ਨਾਰੀਆਂ ਨਾਲ ਬਲਾਤਕਾਰ ਕਰਨ ਨੂੰ ਤੀਰਥ ਇਸ਼ਨਾਨ ਦੀ ਸੰਗਿਆ ਦਿੰਦੇ ਸਨ। ਭਾਵ ਜੇ ਛੋਟੀ ਜਾਤ ਵਾਲੇ ਨਾਲ ਬਲਾਤਕਾਰ ਕਰ ਲਿਆ ਕਿਸੇ ਨੇ ਤਾਂ ਤੀਰਥ ਇਸ਼ਨਾਨ ਹੋ ਗਿਆ। ਉਹ ਸ਼ਲੋਕ ਰਜਸ ਬਲਾ ਪੁਸ਼ਕਰੰ ਤੀਰਥ ਚੰਡਾਲੀ ਭੂਬੇਸ਼ਿੰ ਕਾਂਚੀ ਚਰਾਮਕਾਰੀ ਪ੍ਰਯਾਗ ਸਿਆਦਰਜੀ ਮਥਰਾ ਮਤਾ। ਰਜਸ ਬਲਾ ਮੱਧ ਪ੍ਰਦੇਸ਼ ਦੀ ਇੱਕ ਕਿਸਾਨ ਜਾਤੀ ਹੈ ਜੋ ਖੇਤੀਬਾੜੀ ਦਾ ਕੰਮ ਕਰਦੀ ਹੈ। ਵੀ ਜੇ ਉਹਦੀ ਔਰਤ ਨਾਲ ਇਹ ਧੋਖਾ ਹੋ ਗਿਆ, ਬਲਾਤਕਾਰ ਕਰ ਲਿਆ, ਤੇ ਰਜਸ ਬਲਾ ਪੁਸ਼ਕਰੰ ਪਾਪ ਪੁਸ਼ਕਰ ਤੀਰਥ ਦਾ ਇਸ਼ਨਾਨ ਕਰ ਲਿਆ। ਇਸੇ ਤਰ੍ਹਾਂ ਹੀ ਤੀਰਥ ਚੰਡਾਲੀ ਸਭ ਤੋਂ ਛੋਟੀ ਜਾਤ ਜੋ ਸ਼ਮਸ਼ਾਨ ਘਾਟਾਂ ਵਿੱਚ ਸੇਵਾ ਲਈ ਜਾਂਦੀ ਹੈ, ਜਿਨ੍ਹਾਂ ਤੋਂ ਉਹਨਾਂ ਨੂੰ ਚੰਡਾਲ ਤੇ ਉਹਦੀ ਘਰਵਾਲੀ ਨਾਲ ਅਜਿਹਾ ਕੁਕਰਮ ਕੀਤਾ ਹੋਇਆ ਜਿਹੜਾ ਹੈ ਉਹ ਤੀਰਥ ਇਸ਼ਨਾਨ ਤੇ ਵੈਸ਼ਯਨ ਕੰਛੀ, ਜੇ ਵੈਸ਼ਵਾ ਨਾਲ ਕਰ ਲਿਆ ਕਿ ਆਮ ਤੌਰ ਤੇ ਗਰੀਬ ਲੋਕਾਂ ਨੂੰ ਗੁੰਮਰਾਹ ਕਰਕੇ ਦੇਵਦਾਸੀਆਂ ਬਣਾ ਕੇ ਜਾਂ ਉਹਨਾਂ ਨੂੰ ਰੋਜੀ ਰੋਟੀ ਲਈ ਇਸ ਕੰਮ ਤੇ ਲਾ ਦਿੱਤਾ ਜਾਂਦਾ ਸੀ। ਤੇ ਇਹਨਾਂ ਮਤਲਬ ਪ੍ਰਸਤ ਲੋਕਾਂ ਨੇ ਆਪਣੇ ਫਾਇਦੇ ਦੇ ਲਈ ਆਪਣੀਆਂ ਵਾਸ਼ਨਾਵਾਂ ਨੂੰ ਕਾਇਮ ਨਾ ਕਰਦੇ ਹੋਏ ਇਹ ਕਹਿ ਦਿੱਤਾ ਵੀ ਕਾਂਸ਼ੀ ਦਾ ਇਸ਼ਨਾਨ ਕਰ ਲਿਆ ਜੇ ਉਹਨਾਂ ਨਾਲ ਬਲਾਤਕਾਰ ਹੋਇਆ। ਚਰਾਮਕਾਰੀ ਦਾ ਮਤਲਬ ਚਮਾਰ ਦੀ ਘਰਵਾਲੀ ਨਾਲ ਪ੍ਰਯਾਗ ਦਾ ਇਸ਼ਨਾਨ। ਸਿਆਦਰਜੀ ਮਥਰਾ ਮਤਾ, ਇਹ ਮੈਂ ਆਪਣੇ ਕੋਲ ਨਹੀਂ ਦੱਸ ਰਿਹਾ। ਸਿਆਦਰਜੀ ਹੁੰਦੀ ਹੈ ਧੋਬਣ, ਤੇ ਮਥਰਾ ਦਾ ਇਸ਼ਨਾਨ ਹੋ ਗਿਆ। ਇਹ ਹਾਲਾਤ ਸੀ ਉਸ ਵਕਤ। ਅਯੁੱਧਿਆ ਪੁਕਸ ਪ੍ਰੋਕਤ ਰੁਦਿਆਲ ਤੰਤਰ ਸੇ, ਇਹ ਸ਼ਲੋਕ ਜਿਹੜਾ ਉਹਦੀ ਜਾਣਕਾਰੀ ਦਿੱਤੀ। ਤੇ ਇਹ ਸਾਰਾ ਹਵਾਲਾ ਜਿਹੜਾ ਲੇਖਕ ਪ੍ਰਿਤਪਾਲ ਸਿੰਘ ਜੀ ਤੁਲੀ ਅੰਮ੍ਰਿਤਸਰ ਵਾਲਿਆਂ ਨੇ ਇੱਕ ਛੋਟਾ ਜਿਹਾ ਟਰੈਕਟ ਲਿਖਿਆ ਹੈ ਜੋ ਮੇਰੇ ਪਾਸ ਹੈ। ਉਹਨਾਂ ਨੇ ਹਵਾਲੇ ਬਕਾਇਦਾ ਕੱਢ ਕੇ ਪੰਨੇ ਪੁਸਤਕਾਂ ਦੇ ਨਾਮ ਦੇ ਕੇ ਲਿਖੇ ਹਨ। ਇਸੇ ਤਰ੍ਹਾਂ ਮਤੰਗਾ ਨਾਮ ਦਾ ਰਿਸ਼ੀ ਮੈਨੂੰ ਸਿਮਰਤੀ ਦੇ ਵਿੱਚ ਉਹਦਾ ਹਵਾਲਾ ਮਿਲਦਾ ਹੈ ਕਿ ਉਹ ਵਾਲਮੀਕ ਜਾਤ ਦਾ ਸੀ। ਉਹਨੇ ਮਹਿਸੂਸ ਕੀਤਾ ਕਿ ਮੇਰੇ ਨਾਲ ਵਿਤਕਰਾ ਹੋ ਰਿਹਾ, ਮੈਂ ਬ੍ਰਾਹਮਣ ਜਾਤੀ ਵਿੱਚ ਸ਼ਾਮਲ ਹੋ ਜਾਵਾਂ। ਕਹਿੰਦੇ ਨੇ ਉਹਨਾਂ ਨੇ ਕਈ ਸਾਲ, ਹਜ਼ਾਰਾਂ ਸਾਲਾਂ ਵਿੱਚ, ਜਿਵੇਂ ਦੱਸਿਆ, ਉਹਨਾਂ ਨੇ ਭਗਤੀ ਕੀਤੀ। ਉਹਦਾ ਆਸਣ ਦਿਲਾਉਣ ਦੇ ਲਈ ਇੰਦਰ ਦੇਵਤੇ ਨੇ ਅੱਗੇ ਅਪਸ਼ਰਾਂ ਦੀ ਡਿਊਟੀ ਲਾਈ ਤਾਂ ਕਿ ਵਿਘਨ ਪੈ ਜਾਵੇ। ਅੰਤ ਬ੍ਰਹਮਾ ਜੀ ਨੂੰ ਪ੍ਰਗਟ ਹੋਣਾ ਪਿਆ ਔਰ ਕਹਿਣ ਲੱਗੇ ਮਤੰਗਾ ਮੰਗੋ ਜੋ ਮੰਗਣਾ ਹੈ। ਤੇ ਜਦੋਂ ਮੰਗ ਮਤੰਗਾ ਨੇ ਰੱਖੀ ਕਿ ਪ੍ਰਭੂ ਮੈਂ ਛੋਟੀ ਜਾਤ ਵਿੱਚ ਵਾਲਮੀਕ ਭਾਈਚਾਰੇ 'ਚ ਪੈਦਾ ਹੋਇਆ ਹਾਂ ਤੇ ਮੈਨੂੰ ਵੱਡੀ ਜਾਤ ਬ੍ਰਾਹਮਣ ਦੇ ਵਿੱਚ ਸ਼ਾਮਲ ਕਰ ਲਓ। ਤੇ ਕਹਿੰਦੇ ਨੇ ਬ੍ਰਹਮਾ ਜੀ ਕਹਿਣ ਲੱਗੇ ਕਿ ਮਤੰਗਾ ਮੈਂ ਤੇਰੀ ਭਗਤੀ ਤੇ ਖੁਸ਼ ਤਾਂ ਬਹੁਤ ਹੋਇਆ ਸੀ, ਪਰ ਤੇਰੀ ਇਹ ਮੰਗ ਜਿਹੜੀ ਹੈ ਉਹ ਇਸ ਵੇਲੇ ਨਹੀਂ ਮੰਨੀ ਜਾ ਸਕਦੀ, ਕਿਉਂਕਿ ਤੈਨੂੰ ਵੱਡੀ ਜਾਤ ਵਿੱਚ ਸ਼ਾਮਲ ਹੋਣ ਦੇ ਲਈ ਲੱਖਾਂ ਜਨਮ ਜਿਹੜੇ ਹੋਰ ਲੈਣੇ ਪੈਣਗੇ, ਕਰੋੜਾਂ ਸਾਲ ਭਗਤੀ ਕਰਨੀ ਪਏਗੀ। ਫਿਰ ਵੀ ਮੈਂ ਵਾਅਦਾ ਨਹੀਂ ਕਰ ਸਕਦਾ ਕਿ ਤੇਰੀ ਇਹ ਮੰਗ ਜਿਹੜੀ ਹੈ ਉਹ ਮੰਨੀ ਜਾ ਸਕੇ। ਇਸ ਤਰ੍ਹਾਂ ਦੇ ਹਵਾਲੇ
ਜੋ ਗ੍ਰੰਥਾਂ ਦੇ ਵਿੱਚ ਲਿਖੇ ਹੋਏ ਨੇ। ਇਸੇ ਤਰ੍ਹਾਂ ਮਨੁ ਸਿਮਰਤੀ ਦਾ ਇੱਕ ਸ਼ਲੋਕ ਹੈ ਕਿ ਜੇ ਸ਼ੂਦਰ ਪਤਨੀ ਹੋਵੇ ਤੇ ਬ੍ਰਾਹਮਣ ਮਰਦ ਹੋਵੇ, ਇਸ ਜੋੜੇ ਦੀਆਂ ਲੜਕੀਆਂ ਦੀਆਂ ਲੜਕੀਆਂ, ਲੜਕੀਆਂ ਦੀਆਂ ਲੜਕੀਆਂ, ਲੜਕੀਆਂ ਦੀਆਂ ਲੜਕੀਆਂ 7 ਪੁਸ਼ਤਾਂ ਤੱਕ ਕੇਵਲ ਬ੍ਰਾਹਮਣ ਨਾਲ ਹੀ ਵਿਆਹ ਕਰਵਾਉਂਦੀਆਂ ਰਹਿਣ ਤਾਂ 8ਵੀਂ ਪੁਸ਼ਤ ਵਿੱਚ ਜਾ ਕੇ ਸ਼ੁੱਧ ਬ੍ਰਾਹਮਣ ਪੈਦਾ ਹੋ ਜਾਂਦੇ ਨੇ। ਹੋਰ ਹਵਾਲੇ ਜੇ ਮੈਂ ਵੱਖ-ਵੱਖ ਕਿਤਾਬਾਂ ਦੇ ਵਿੱਚੋਂ ਇਕੱਠੇ ਕਰਕੇ ਇਹ ਦੱਸਣ ਵਾਸਤੇ ਆਪਣੇ ਭਾਈਚਾਰੇ ਨੂੰ ਕਿ ਕੀ ਕੁਝ ਹੁੰਦਾ ਸੀ, ਉਹਦੇ ਮੁਕਾਬਲੇ ਤੇ ਸਿੱਖ ਗੁਰੂ ਸਾਹਿਬਾਨ ਨੇ ਕੀ ਕੀਤਾ, ਇਹ ਕੁਝ ਹਵਾਲੇ ਨੇ ਜਿਨ੍ਹਾਂ ਦੇ ਮੈਂ ਆਪ ਜੀ ਨਾਲ ਵਿਚਾਰ ਸਾਂਝੇ ਕਰ ਰਿਹਾ। ਪੈਰਾਂ ਤੋਂ ਜੰਮੇ ਹੋਣ ਕਾਰਨ ਜੇ ਸ਼ੂਦਰ ਬ੍ਰਾਹਮਣ ਛਤਰੀ ਜਾਂ ਵੈਸ਼ ਆਦਿਕ ਉੱਚ ਜਾਤੀਆਂ ਨੂੰ ਕਠੋਰ ਬਚਨ ਕਹੇ ਤਾਂ ਰਾਜਾ ਘੱਟੋ ਘੱਟ ਇਤਨਾ ਜ਼ਰੂਰ ਕਰੇ ਕਿ ਉਸ ਸ਼ੂਦਰ ਦੀ ਜੀਭ ਕਟਵਾ ਦੇਵੇ। ਮਨੁ ਸਿਮਰਤੀ ਅਧਿਆਇ 8ਵਾਂ ਸ਼ਲੋਕ ਨੰਬਰ 80। ਜੇ ਸ਼ੂਦਰ ਉੱਚ ਜਾਤੀਆਂ ਨੂੰ ਨਾਮ ਲੈ ਕੇ ਸਖਤੀ ਨਾਲ ਬੁਲਾ ਬੈਠੇ ਜਾਂ ਤਾਂ ਉਸਦੇ ਮੂੰਹ ਵਿੱਚ 10 ਉਂਗਲ ਲੰਬਾ ਅੱਗ ਵਰਗਾ ਲਾਲ ਗਰਮ ਲੋਹੇ ਦਾ ਕਿੱਲਾ ਰਾਜੇ ਵੱਲੋਂ ਠੋਕ ਦੇਣਾ ਚਾਹੀਦਾ ਹੈ। ਜੇ ਕੋਈ ਸ਼ੂਦਰ ਆਪਣੀ ਲਿਆਕਤ ਦੇ ਆਧਾਰ ਤੇ ਬ੍ਰਾਹਮਣ ਨੂੰ ਧਰਮ ਦੀ ਸਿੱਖਿਆ ਦੇਣ ਦੀ ਜ਼ਰੂਰਤ ਕਰੇ ਤਾਂ ਰਾਜੇ ਨੂੰ ਚਾਹੀਦਾ ਹੈ ਕਿ ਉਹ ਸ਼ੂਦਰ ਦੇ ਮੂੰਹ ਵਿੱਚ ਅਤੇ ਕੰਨਾਂ ਵਿੱਚ ਉਬਲਦਾ ਤੇਲ ਪਾ ਦੇਵੇ, ਕਿਉਂਕਿ ਸ਼ੂਦਰ ਧਰਮ ਉਪਦੇਸ਼ ਨਹੀਂ ਕਰ ਸਕਦਾ, ਉਹ ਭਾਵੇਂ ਕਿਤਨਾ ਗਿਆਨਵਾਨ ਤੇ ਗੁਣੀ ਹੀ ਕਿਉਂ ਨਾ ਹੋਵੇ। ਮਨੁ ਅਧਿਆਇ 8ਵਾਂ ਸ਼ਲੋਕ 271 ਤੇ 72ਵਾਂ। ਸ਼ੂਦਰ ਜੇ ਧਨ ਜਮਾ ਕਰਨ ਦੇ ਕਾਬਲ ਵੀ ਹੋ ਜਾਵੇ ਤਾਂ ਵੀ ਉਸਨੂੰ ਧਨ ਜਮਾ ਨਾ ਕਰਨ ਦਿੱਤਾ ਜਾਵੇ, ਕਿਉਂਕਿ ਧਨਵਾਨ ਹੋ ਕੇ ਸ਼ੂਦਰ ਉੱਚ ਜਾਤੀ ਦੇ ਹੱਥੋਂ ਨਿਕਲ ਸਕਦਾ ਹੈ ਤੇ ਬ੍ਰਾਹਮਣ ਨੂੰ ਦੁੱਖ ਦੇ ਸਕਦਾ ਹੈ। ਮਨੁ ਅਧਿਆਇ 8ਵਾਂ ਸ਼ਲੋਕ 79ਵਾਂ। ਸ਼ੂਦਰ ਜਿਸ ਸਰੀਰ ਅੰਗ ਨਾਲ ਕਿਸੇ ਉੱਚ ਜਾਤੀ ਦਾ ਟਾਕਰਾ ਕਰੇ ਤੇ ਰਾਜੇ ਨੂੰ ਚਾਹੀਦਾ ਹੈ ਕਿ ਉਸਦਾ ਉਹ ਅੰਗ ਕਟਵਾ ਦੇਵੇ। ਮਨੁ ਅਧਿਆਇ 8ਵਾਂ ਸ਼ਲੋਕ 279। ਜੇ ਸ਼ੂਦਰ ਦਾ ਅਨਾਜ ਪੇਟ ਵਿੱਚ ਹੋਵੇ ਤੇ ਜੇ ਉਸ ਵੇਲੇ ਬ੍ਰਾਹਮਣ ਮਰ ਜਾਵੇ ਤਾਂ ਉਹ ਪਿੰਡ ਦੇ ਸੂਰ ਅਥਵਾ ਕੁੱਤੇ ਦੀ ਜੋਨ ਵਿੱਚ ਪੈਂਦਾ ਹੈ। ਅਪਸਤੰਭ ਸਿਮਰਤੀ ਅਧਿਆਇ 2। ਜੇ ਸ਼ੂਦਰ ਕਬਲ ਗਊ ਦਾ ਦੁੱਧ ਪੀਵੇ ਜਾਂ ਵੇਦ ਦੇ ਅੱਖਰ ਪੜ੍ਹ ਲਵੇ ਤਾਂ ਸਿੱਧਾ ਨਰਕ ਨੂੰ ਜਾਵੇਗਾ। ਪ੍ਰਾਸ਼ਰ ਸੰਹਿਤਾ ਅਧਿਆਇ 2। ਸ਼ੂਦਰ ਦਾ ਅੰਨ ਲਹੂ ਤੁਲ ਹੈ। ਜੇ ਕੋਈ ਬ੍ਰਾਹਮਣ ਸ਼ੂਦਰ ਦਾ ਅੰਨ ਪੇਟ ਵਿੱਚ ਹੁੰਦਿਆਂ ਔਰਤ ਨਾਲ ਸਪਰਸ਼ ਕਰੇ ਆਪਣੀ ਪਤਨੀ ਨਾਲ ਤੇ ਉਹਦੇ ਜੰਮਣ ਵਾਲੀ ਔਲਾਦ ਵੀ ਨੀਚ ਅਤੇ ਸ਼ੂਦਰ ਸਮਝੀ ਜਾਵੇਗੀ। ਲਗਾਤਰ ਸੰਹਿਤਾ ਅਧਿਆਇ 5। ਸ਼ੂਦਰ ਦਾ ਅੰਨ ਅੰਗੀਕਾਰ ਕਰਕੇ ਬ੍ਰਾਹਮਣ ਨੂੰ 7 ਜਨਮ ਕੁੱਤੇ ਦੀ, 9 ਜਨਮ ਸੂਰ ਦੀ ਤੇ 8 ਜਨਮ ਗਿਰਜ ਦੀ ਇੱਲ ਜਿਹਨੂੰ ਅਸੀਂ ਕਹਿੰਦੇ ਆ ਜੋਨ ਭੋਗਣੀ ਪੈਂਦੀ ਹੈ। ਬਰਹਿਤ ਅਤਰ ਸੰਹਿਤਾ ਅਧਿਆਇ 5। ਸ਼ੂਦਰ ਦੀ ਬੁੱਧੀ ਨੂੰ ਵਿਕਸਿਤ ਨਾ ਹੋਣ ਦੇਵੋ, ਧਰਮ ਦੀਆਂ ਗੱਲਾਂ ਤੇ ਉਸਨੂੰ ਅਣਜਾਣ ਰੱਖੋ ਅਤੇ ਵਰਤ ਵਗੈਰਾ ਬਾਰੇ ਉਸਨੂੰ ਜਾਣਕਾਰੀ ਨਾ ਦੇਵੋ। ਸ਼ੂਦਰ ਨੂੰ ਅਜਿਹਾ ਗਿਆਨ ਦੇਣ ਵਾਲਾ ਸ਼ੂਦਰ ਸਮੇਤ ਅੰਧੇਰੇ ਨਰਕ ਦਾ ਗਾਮੀ ਹੁੰਦਾ ਹੈ। ਵਸ਼ਿਸ਼ਟ ਸੰਹਿਤਾ ਅਧਿਆਇ 12। ਸ਼ੂਦਰ ਨੂੰ ਅਕਲ ਨਾ ਦੇਵੋ, ਕੌਮ ਤੋਂ ਬਚਿਆ ਅਨਾਜ ਨਾ ਦੇਵੋ ਅਤੇ ਨਾ ਹੀ ਉਸਨੂੰ ਧਰਮ ਦੀ ਸਿੱਖਿਆ ਦੇਵੋ। ਮਨੁ ਅਧਿਆਇ 4 ਸ਼ਲੋਕ 80ਵਾਂ। ਸ਼ੂਦਰ ਦੇ ਰਾਜ ਨੂੰ ਪ੍ਰਵਾਨ ਕਰਨਾ ਤਾਂ ਕਿਤੇ ਰਿਹਾ, ਜਿੱਥੇ ਸ਼ੂਦਰ ਦਾ ਰਾਜ ਹੋਵੇ ਉਸ ਰਾਜ ਵਿੱਚ ਨਿਵਾਸ ਕਰਨਾ ਵੀ ਉਚਿਤ ਨਹੀਂ। ਮਨੁ ਅਧਿਆਇ 4 ਸ਼ਲੋਕ 60ਵਾਂ। ਬ੍ਰਾਹਮਣ ਬਦ ਚੱਲਣ ਵੀ ਪੂਜਣ ਯੋਗ ਹੈ। ਸ਼ੂਦਰ ਜਤੇਂਦਰੀ ਵੀ, ਜਤੇਂਦਰੀ ਭਾਵ ਇੰਦਰੀਆਂ ਨੂੰ ਜਿੱਤ ਕੇ ਉੱਚੇ ਸੁੱਚੇ ਕਰੈਕਟਰ ਦਾ ਮਾਲਕ ਪੂਜਣ ਯੋਗ ਨਹੀਂ। ਖੱਟਰ ਗਊ ਨੂੰ ਛੱਡ ਕੇ ਸੁਸ਼ੀਲ ਗਦੀ ਨੂੰ ਕੌਣ ਚਾਹੁੰਦਾ ਹੈ। ਪ੍ਰਾਸ਼ਰ ਸੰਹਿਤਾ ਅਧਿਆਇ 6। ਹਿੰਦੂ ਗ੍ਰੰਥਾਂ ਦੇ ਵਿੱਚ ਜਿੱਥੇ ਸ਼ੂਦਰਾਂ ਦੀ ਇਹ ਦੁਰਗਤੀ ਕੀਤੀ ਗਈ, ਉੱਥੇ ਬ੍ਰਾਹਮਣਾਂ ਨੂੰ ਵਿਸ਼ੇਸ਼ਤਾ ਕਿੰਨੀ ਦਿੱਤੀ ਗਈ ਕਿ ਜੇ ਬ੍ਰਾਹਮਣ ਨੇ ਖੇਤੀ ਕਰਨੀ ਹੋਵੇ ਤਾਂ ਜਿੰਨੀ ਜੀ ਕਰੇ ਜ਼ਮੀਨ ਕਾਬੂ ਕਰ ਲਵੇ, ਕਿਉਂਕਿ ਬ੍ਰਾਹਮਣ ਹੀ ਸਰਵ ਸ੍ਰਿਸ਼ਟੀ ਦਾ ਮਾਲਕ ਹੈ। ਉਸ ਪਾਸੋਂ ਜ਼ਮੀਨ ਦਾ ਕੋਈ ਮਾਮਲਾ ਉਗਰਾਇਆ ਨਹੀਂ ਜਾ ਸਕਦਾ। ਬਰਹਿਤ ਅਤਰ ਸੰਹਿਤਾ ਅਧਿਆਇ 3। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਯੂਪੀ ਦੀ ਧਰਤੀ ਤੇ, ਗੁਜਰਾਤ, ਮੇਘਾਲਿਆ, ਇਹਨਾਂ ਧਰਤੀਆਂ ਤੇ ਕਿਸਾਨਾਂ ਦਾ, ਸਿੱਖ ਪੰਜਾਬੀ ਕਿਸਾਨਾਂ ਦਾ ਉਜਾੜਾ ਸ਼ਰੇਆਮ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਦਾ ਨੱਕ ਵਿੱਚ ਦਮ ਦੇ ਦਿੱਤਾ ਗਿਆ ਔਰ ਕਿਸਾਨਾਂ ਦਾ ਜੀਵਨ ਮੁਹਾਲ ਹੋ ਗਿਆ ਵੀ ਆਤਮ ਹੱਤਿਆ ਲਈ ਇਹ ਲੋਕ ਜਿਹੜੇ ਇਸ ਵੇਲੇ ਮਜਬੂਰ ਹੋ ਚੁੱਕੇ ਨੇ। ਪਰ ਇਹ ਸਾਰੀ ਕੁਝ ਕਿੱਥੋਂ ਉਪਜਦਾ ਹੈ? ਜਿਸ ਵਿਚਾਰਧਾਰਾ ਨੂੰ ਆਪਣੀ ਧਰਮ ਦੀ ਵਿਚਾਰਧਾਰਾ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਹੀ
दूजा उदाहरण मैं देनी चाहता, बद चलन ते अखलाकहीन ब्राह्मण भी आदर योग है आते पूजन योग है। जे शूद्र बड़े उच्चे आचरण वाला ਜਾਂ ਸਦਾਚਾਰੀ ਵੀ ਹੋਵੇ ਤਾਂ ਵੀ ਉਹਨੂੰ ਆਦਰ ਦੇਣਾ ਉਚਿਤ ਨਹੀਂ। ਪ੍ਰਸ਼ਰ ਸੰਹਿਤਾ ਅਧਿਆਇ 6ਵਾਂ। ਜੇ ਬ੍ਰਾਹਮਣ ਚੋਰੀ ਦੇ ਅਪਰਾਧ ਵਿੱਚ ਰੰਗੇ ਹੱਥੀਂ ਫੜ ਲਿਆ ਜਾਵੇ ਤਾਂ ਵੀ ਉਸ ਨੂੰ ਚੋਰੀ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ, ਕਿਉਂਕਿ ਰਾਜੇ ਦੀ ਨਲਾਇਕੀ ਬੇਵਕੂਫੀ ਕਰਕੇ ਹੀ ਬ੍ਰਾਹਮਣ ਭੁੱਖ ਤੋਂ ਬਚਣ ਲਈ ਚੋਰੀ ਕਰਨ ਉੱਤੇ ਮਜਬੂਰ ਹੁੰਦਾ ਹੈ। ਮੰਨੂ ਅਧਿਆਇ 77ਵਾਂ ਸ਼ਲੋਕ 22ਵਾਂ। ਇਸੇ ਤਰ੍ਹਾਂ ਬ੍ਰਾਹਮਣ ਭਾਵੇਂ ਵਿਦਵਾਨ ਹੋਵੇ ਭਾਵੇਂ ਪੱਕਾ ਮੂਰਖ, ਉਸ ਨੂੰ ਸਦਾ ਮਹਾਨ ਦੇਵਤਾ ਕਰਕੇ ਹੀ ਜਾਣਨਾ ਚਾਹੀਦਾ ਹੈ। ਮੰਨੂ ਅਧਿਆਇ 9 ਤੇ ਸ਼ਲੋਕ ਨੰਬਰ 347। ਗਿਆਨ ਤੇ ਗੁਣਹੀਨ ਬ੍ਰਾਹਮਣ ਵੀ ਸੇਵਾ ਕਰਨ ਲਾਇਕ ਹੈ, ਪਰ ਗਿਆਨ ਤੇ ਗੁਣਾਂ ਨਾਲ ਭਰਪੂਰ ਹੋਣ ਉੱਤੇ ਵੀ ਸ਼ੂਦਰ ਆਦਰ ਮਾਣ ਤੇ ਸੇਵਾ ਦਾ ਪਾਤਰ ਨਹੀਂ ਬਣ ਸਕਦਾ। ਇਹ ਗੁਸਾਈ ਤੁਲਸੀਦਾਸ ਜੀ ਦੇ ਪਵਿੱਤਰ ਵਿਚਾਰ ਜਿਹੜੇ ਉਹਨਾਂ ਦੇ ਗ੍ਰੰਥਾਂ ਵਿੱਚ ਨਿਯਤ ਹਨ। ਇਹ ਹਾਲਾਤ ਸੀ ਜਦੋਂ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਜਗਤ ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਸ਼ੂਦਰ ਕਹਿ ਜਾਣ ਵਾਲੇ ਦੀ ਬਾਂਹ ਪਕੜੀ, ਉੱਥੇ ਐਸੀ ਵਿਚਾਰਧਾਰਾ ਫੈਲਾਉਣ ਵਾਲੇ ਪੁਜਾਰੀਵਾਦ ਨੂੰ ਵੀ, ਇਹ ਚੇਤੇ ਰੱਖਣਾ, ਬ੍ਰਾਹਮਣਾਂ ਤੋਂ ਖਿਲਾਫ ਨਹੀਂ ਗੁਰਮਤਿ ਵਿਚਾਰਧਾਰਾ, ਨਾ ਗੁਰੂ ਸਾਹਿਬਾਨ ਸਨ, ਬਲਕਿ ਅਨੇਕਾਂ, ਜੇ ਕਹਿ ਲਈਏ ਕਿ 6 ਬ੍ਰਾਹਮਣ ਮਹਾਂਪੁਰਸ਼ਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸਭ ਤੋਂ ਪਹਿਲੇ ਸ਼ਹੀਦ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਜਤੀ ਦਾਸ, ਭਾਈ ਸਖੀ ਦਾਸ। ਇਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਨਾਲ 2 ਭਰਾ ਭਾਈ ਮਤੀ ਦਾਸ ਤੇ ਸਤੀ ਦਾਸ ਸ਼ਹੀਦ ਹੋਏ। ਮੇਰੇ ਕਹਿਣ ਦਾ ਮਤਲਬ ਇਹ ਗੁਰਬਾਣੀ ਪ੍ਰਮਾਣ ਸੁਣ ਕੇ ਕੋਈ ਇਹ ਨਾ ਸਮਝ ਲਵੇ ਕਿ ਸ਼ਾਇਦ ਸਾਰੇ ਹੀ ਬ੍ਰਾਹਮਣ ਮਾੜੇ ਸਨ। ਇਹ ਕੇਵਲ ਜਿਨ੍ਹਾਂ ਨੇ ਪੁਜਾਰੀਵਾਦ ਨੇ ਆਪਣੀਆਂ ਦੁਕਾਨਾਂ ਚਲਾਉਣ ਵਾਸਤੇ ਏਦਾਂ ਦੇ ਕਾਨੂੰਨ ਬਣਾਏ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਮਾਨਸ ਖਾਣੇ ਦਾ ਦਰਜਾ ਦਿੱਤਾ। ਮਾਨਸ ਖਾਣੇ ਕਰੇ ਨਿਵਾਸ, ਸ਼ੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਕਰ ਬ੍ਰਾਹਮਣ ਪੂਰੇ ਨਾਦ। ਉਹਨਾਂ ਵੀ ਆਵੇ ਉਹੀ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਤੇ ਨਿਸ਼ਾਨੀਆਂ ਵੀ ਦੱਸੀਆਂ, ਮੱਥਾ ਟਿੱਕਾ, ਦਿਲ ਧੋਤੀ ਕਾ ਖਾਈ, ਗੇਰੂਏ ਰੰਗ ਦੀ ਧੋਤੀ ਬਣ ਲਈ, ਹੱਥ ਛੁਰੀ, ਜਗਤ ਕਸਾਈ, ਨੀਲ ਵਸਤਰ ਪੈਰ, ਇੱਕ ਪਾਸੇ ਗੁਲਾਮੀ ਹੈ। ਉਹਨਾਂ ਦੇ ਹੁਕਮ ਦੇ ਮੁਤਾਬਕ ਮੁਗਲਾਂ ਦੇ ਨੀਲੇ ਕੱਪੜੇ ਪਹਿਨ ਲਏ, ਨੀਲ ਵਸਤਰ ਪਹਿਰ ਹੋ ਗਏ ਪ੍ਰਵਾਨ, ਮਲੇਸ਼ ਧਾਨ ਲੈ ਪੂਜੈ ਪ੍ਰਾਣ। ਫਿਰ ਅਪਾਖਿਆ ਕਾ ਪੁੱਠਾ ਬੱਕਰਾ ਖਾਣਾ, ਭਾਵ ਗੁਲਾਮੀ ਵਾਲੀ ਜ਼ਿੰਦਗੀ। ਜੇ ਮੀਟ ਖਾਣ ਨੂੰ ਜੀ ਕੀਤਾ, ਮਾਸ ਖਾਣ ਨੂੰ, ਤਾਂ ਉਹਨਾਂ ਨੇ ਕਾਨੂੰਨ ਬਣਾਇਆ ਸੀ ਕਿ ਕੁੱਠਾ ਹੀ ਲੈ ਕੇ ਖਾਓ, ਆਪ ਕੋਈ ਵੀ ਇਹ ਨਾ ਕਰੋ। ਸੱਚੇ ਪਾਤਸ਼ਾਹ ਕਹਿੰਦੇ ਅੰਦਰ ਵੜ ਕੇ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਆਪਣੀ ਸੁਚਮਤਾ ਲਈ ਚੌਂਕੇ ਉੱਪਰ ਕਿਸੇ ਨਾ ਜਾਣਾ। ਦੇਖੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ, ਮਤ ਪਿੱਟੇ ਵੇ ਮਤ ਪਿੱਟੇ, ਇਹ ਅੰਨ ਸਾਡਾ ਫਿੱਟੇ, ਤਨ ਫਿੱਟੇ ਫੇਲ ਕਰੇਨ, ਮਨ ਝੂਠੇ ਚੂਈ ਭਰੇਨ। ਕਹੋ ਨਾਨਕ ਸੱਚ ਤੇ ਆਈਐ, ਸੋਚ ਹੋਵੇ ਤਾਂ ਸੱਚ ਪਾਈਏ, ਸੋਚ ਹੋਵੇ ਤਾਂ ਸੱਚ ਪਾਈਏ। ਵੇ ਜੇ ਸੱਚ ਨੂੰ ਪ੍ਰਵਾਨ ਕਰ ਲਿਆ, ਸੁਚਮਤਾ ਤਾਂ ਹੀ ਰਹਿ ਸਕਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ 471 ਔਰ ਮਹਿਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਲੋਕ ਉਸ ਵੇਲੇ ਇਹਨਾਂ ਦੇ ਪੱਖ ਵਿੱਚ, ਸ਼ੂਦਰਾਂ ਦੇ ਪੱਖ ਵਿੱਚ ਤੇ ਹੰਕਾਰੀ ਜਾਤਮਾਨੀ ਪੁਜਾਰੀਵਾਦ ਦੇ ਖਿਲਾਫ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਇਹ ਆਵਾਜ਼ ਬੁਲੰਦ ਕੀਤੀ। ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 372ਵਾਂ ਅੰਕ ਜਿਹੜਾ ਹੈ, ਜਿਹਦੇ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਇਹ ਬਚਨ ਕਰਦੇ ਨੇ, ਆਸਾ ਮਹਿਲਾ ਪੰਜਵਾਂ, ਦਾਨ ਦੇ ਕਰ ਪੂਜਾ ਕਰਨਾ। ਦਾਨ ਦੇ ਕਰ, ਲੋਕੀ ਪੂਜਾ ਕਰਵਾਉਣ ਦੇ ਲਈ ਪਹਿਲਾਂ ਦਾਨ ਦਿੰਦੇ ਸਨ, ਫਿਰ ਉਹਦੀ ਪੂਜਾ ਮਾਨਤਾ ਵੀ ਕਰਦੇ ਨੇ ਧਾਰਮਿਕ ਆਗੂ ਦੀ। ਪਰ ਉਹ ਕੀ ਕਰਦਾ ਹੈ, ਲੇਤ ਦੇ ਤਨ ਮੁਕਰ ਪਰਨਾ, ਜਿਤ ਦਰ ਤੂੰ ਹੈ ਬ੍ਰਾਹਮਣ ਜਾਣਾ, ਤਿਤ ਦਰ ਤੂੰ ਹੀ ਹੈ ਪਛਤਾਣਾ। ਐਸੇ ਬ੍ਰਾਹਮਣ ਡੂਬੇ ਭਾਈ, ਨਿਰਾ ਅਪਰਾਧ ਚਿਤ ਮੈਂ ਬਰਿਆਈ। ਰਹਾਉ, ਇਹ ਰਹਾਉ ਦੀਆਂ ਤੁਕਾਂ ਨੇ। ਅੰਤਰ ਲੋਭ ਫਿਰੇ ਹਲਕਾਏ, ਸਮੇਂ ਦੇ ਪੁਜਾਰੀਵਾਦ ਨੂੰ ਕਿਉਂ ਇਤਨੀ ਤਕਲੀਫ ਹੋਈ ਸੀ? ਕਿਉਂਕਿ ਹਲਕੇ ਕੁੱਤੇ ਨਾਲ ਤੁਲਨਾ ਕਰਦੇ ਨੇ ਕਿ ਕੇਵਲ ਆਪਣੇ ਲਾਲਚ ਵਾਸਤੇ ਮਨੁੱਖਤਾ ਵਿੱਚ ਵੰਡੀਆਂ ਪਾ ਕੇ ਬੁਰੀ ਤਰ੍ਹਾਂ ਜਲੀਲ ਕਰ ਰਿਹਾ ਹੈ। ਇਹ ਲਈ ਅੰਤਰ ਲੋਭ ਫਿਰੇ ਹਲਕਾਏ, ਨਿੰਦਾ ਕਰੇ ਸਿਰ ਭਾਰ ਉਠਾਏ, ਮਾਇਆ ਮੂਠਾ ਚੇਤੇ ਨਾਹੀ, ਭਰਮੇ ਭੂਲਾ ਬਹੁਤੀ ਰਾਹੀ। ਬਾਹਰ ਭੇਖ ਕਰੇ ਕਨੇਰੇ, ਬਾਹਰ ਭੇਖ ਕਰੇ ਕਨੇਰੇ, ਅੰਤਰ ਵਿਖਿਆ ਉਤਰੀ ਘੇਰੇ, ਅਵਰ ਉਪਦੇਸ਼ੇ ਆਪ ਨਾ ਕਰ ਬੁੱਝੈ। ਐਸਾ ਬ੍ਰਾਹਮਣ ਕਹੀ ਨਾ ਸਿੱਝੇ। ਮੂਰਖ ਬ੍ਰਾਹਮਣ
ਸੰਬੋਧਨ ਕਰਦੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ, ਇਹ ਮੂਰਖ, ਹੈ ਤੂੰ ਬ੍ਰਾਹਮਣ ਹੈ ਤੂੰ ਵਿਦਵਾਨ, ਕਹਿੰਦਾ ਹੈ ਆਪਣੇ ਆਪ ਨੂੰ, ਪ੍ਰਭੂ ਸੰਭਾਲ, ਵੇ ਪ੍ਰਮਾਤਮਾ ਦੀ ਜੋਤ ਸਾਰਿਆਂ ਵਿੱਚ ਦੇਖ, ਉਹ ਤਾਂ ਸਭ में ਜੋਤ ਜੋਤ ਤੈ ਸੋਏ। ਮੂਰਖ ਬਾਹਮਣ ਪ੍ਰਭੂ ਸੰਭਾਲ, ਦੇਖਤ ਸੁਣਤ ਤੇਰੇ ਹੈ ਨਾਲ। ਉਹ ਪ੍ਰਮਾਤਮਾ ਤੈਨੂੰ ਦੇਖ ਰਿਹਾ, ਤੈਨੂੰ ਸੁਣ ਰਿਹਾ, ਉਹ ਤੇਰੇ ਅੰਗ ਸੰਗ ਹੈ। ਕਹੋ ਨਾਨਕ ਜੇ ਹੋ ਵੀ ਭਾਗ, ਮਾਨ ਛੋੜ, ਹੰਕਾਰ ਛੱਡ ਦੇ ਜਾਤ ਦਾ, ਗੁਰ ਚਰਨੀ ਰਾਹ, ਕਿਤੇ ਸੱਚੇ ਗੁਰੂ ਦੇ ਚਰਨਾਂ 'ਚ ਜਾ, ਤਾਂ ਕਿ ਤੈਨੂੰ ਪਤਾ ਲੱਗੇ ਜ਼ਿੰਦਗੀ ਦਾ। ਸੱਚੇ ਪਾਤਸ਼ਾਹ ਗੁਰੂ ਨਾਨਕ ਪਿਤਾ ਨੇ ਵੀ ਕੂੜ ਬੋਲ, ਕਾਦੀ ਕੂੜ ਬੋਲ ਮਲ ਖਾਏ, ਗੰਦਗੀ ਦੇ ਨਾਲ ਤੁਲਨਾ ਕੀਤੀ। ਜੇ ਧਾਰਮਿਕ ਆਗੂ ਮੁਸਲਮਾਨ ਹੋ ਕੇ ਝੂਠ ਬੋਲ ਕੇ ਪੇਟ ਦਾ ਗੁਜ਼ਾਰਾ ਕਰਦਾ ਹੈ, ਸਮਝੋ ਧਾਰਮਿਕ ਆਗੂ ਭਾਵੇਂ ਅਸੀਂ ਆ, ਰਾਗੀ ਗ੍ਰੰਥੀ ਪ੍ਰਚਾਰਕ, ਜੇ ਆਪਣੇ ਭਲੇ ਦੇ ਲਈ, ਆਪਣੇ ਘਰ ਦੇ ਲਈ, ਆਪਣੇ ਫਾਇਦੇ ਲਈ ਕੂੜ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਖਾਂਦੇ ਆ, ਤਾਂ ਸੱਚੇ ਪਾਤਸ਼ਾਹ ਨੇ ਕਿਹਾ ਸੀ ਇਹ ਗੰਦਗੀ ਖਾਣ ਦੇ ਬਰਾਬਰ ਹੈ। ਬ੍ਰਾਹਮਣ ਆਵੇ ਜੀਆਂ ਖਾਏ, ਜੋ ਉਸ ਵੇਲੇ ਦੀ ਜੀਵਨ ਜੁਗਤ ਕਿਆ ਕੁਛ ਹੈ ਉਹ ਆਉਣ ਵਾਲੇ ਸਮੇਂ 'ਚ ਦੱਸਾਂਗੇ। ਜੋਗੀ ਜੁਗਤ ਨਾ ਜਾਣੇ ਅੰਤ, ਤੀਨੇ ਉਜਾੜੇ ਕਬਰ, ਵੀ ਧਾਰਮਿਕ ਆਗੂ ਵੀ ਕਹਾਣਾ ਪਰ ਉਜਾੜਾ ਕਰੀ ਜਾਣਾ, ਇਹ ਮਨੁੱਖਤਾ ਨੂੰ ਸ਼ੋਭਾ ਨਹੀਂ ਦਿੰਦਾ। 662 ਪੰਨੇ ਤੇ ਇਹ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਬਚਨ ਹਨ। ਬ੍ਰਾਹਮਣ ਨੇ ਹਰ ਕਿਰਤੀ ਨੂੰ ਸ਼ੂਦਰ ਬਣਾ ਦਿੱਤਾ ਸੀ। ਮੈਂ ਸ਼ਬਦਾਂ ਦੇ ਅਰਥ ਤਾਂ ਨਹੀਂ ਕਰ ਰਿਹਾ ਕਿਉਂਕਿ ਮੇਰੀ ਘੜੀ ਬਹੁਤ ਤੇਜ਼ੀ ਨਾਲ ਅੱਗੇ ਵੱਧਦੀ ਜਾ ਰਹੀ ਹੈ। ਬ੍ਰਾਹਮਣ ਨੇ ਹਰ ਕਿਰਤੀ ਨੂੰ, ਅੱਜ ਜੇ ਸਿੱਖਾਂ ਦੇ ਵਿੱਚ ਜਾਤ ਪਾਤ, ਜੱਟਵਾਦ ਜਾਂ ਛੋਟੀਆਂ ਜਾਤਾਂ ਦਾ ਵਿਤਕਰਾ ਪਿਆ, ਇਹਦਾ ਕਾਰਨ ਸਭ ਤੋਂ ਵੱਡਾ ਕੀ ਹੈ ਕਿ ਨਾ ਵੱਡੇ ਕਹਾਣ ਵਾਲਿਆਂ ਨੂੰ ਪਤਾ ਕਿ ਸਾਨੂੰ ਵੰਡ ਕਰਨ ਵੇਲੇ ਪੁਜਾਰੀਵਾਦ ਨੇ, ਬ੍ਰਾਹਮਣਵਾਦ ਨੇ ਕਿਸ ਸ਼੍ਰੇਣੀ ਦੇ ਵਿੱਚ ਰੱਖਿਆ ਸੀ। ਸੋ ਮੈਂ ਕੁਝ ਹਵਾਲੇ ਆਪ ਜੀ ਨੂੰ ਦੇਣੇ ਚਾਹੁੰਦਾ ਹਾਂ ਕਿ ਸਨ 836 ਵਿੱਚ 1184 ਸਾਲ ਪਹਿਲਾਂ ਲਾਹੌਰ ਦੇ ਵਿੱਚ ਕੋਈ ਅਰਬ ਦਾ ਜੋ ਗਵਰਨਰ ਆਇਆ ਸੀ, ਉਹਨੇ ਜੱਟ ਭਾਈਚਾਰੇ ਨੂੰ ਹੁਕਮ ਕੀਤਾ ਕਿ ਆਪਣਾ ਜਜ਼ੀਆ ਟੈਕਸ ਆ ਕੇ ਜਮ੍ਹਾਂ ਕਰਾਓ, ਪਰ ਸ਼ੂਦਰ ਹੋਣ ਦੀ ਨਿਸ਼ਾਨੀ ਵਜੋਂ ਤੁਹਾਡੇ ਨਾਲ ਇੱਕ ਕੁੱਤਾ ਤੇ ਨੰਗੇ ਸਰਾਣਾ ਹੈ, ਤੇ ਤਾਂ ਤੁਹਾਡਾ ਜਜ਼ੀਆ ਟੈਕਸ ਜਮ੍ਹਾਂ ਹੋ ਸਕੇਗਾ। ਇਹ ਜਿਹੜੇ ਸਾਡਾ ਭਾਈਚਾਰਾ ਅੱਜ ਚੰਗੀ ਆਰਥਿਕ ਹੋਣ ਕਰਕੇ, ਵੱਡੀ ਜਾਤ ਹੋਣ ਕਰਕੇ ਸਿੱਖਾਂ ਦੇ ਵਿੱਚ ਵੰਡੀਆਂ ਪਾ ਰਿਹਾ ਹੈ, ਉੱਥੇ ਵੀ ਪੁਜਾਰੀਵਾਦ ਦੀ ਇਹ ਸਾਰੀ ਚਾਲ ਜਿਹੜੀ, ਉਹ ਇਹ ਗੱਲ ਸੁਣ ਲੈਣ ਕਿ 836 ਸਾਲ ਦੀ ਮੈਂ ਘਟਨਾ ਦੇ ਰਿਹਾ, 1200 ਸਾਲ ਪਹਿਲਾਂ, 1184 ਸਾਲ ਪਹਿਲਾਂ ਦੀ ਘਟਨਾ ਹੈ। ਇੱਦਾਂ ਹੀ 1030 ਸਾਲ ਦੇ ਵਿੱਚ ਅਲਬਰੂਨੀ ਇਤਿਹਾਸਕਾਰ ਲਿਖਦਾ ਹੈ, ਮੈਂ ਲਾਹੌਰ ਦੇ ਵਿੱਚ ਆਇਆ, ਲਾਹੌਰ ਦੇ ਇਲਾਕੇ ਵਿੱਚ ਜੱਟਾਂ ਨੂੰ ਡੰਗਰ ਪਾਲਣ ਵਾਲੇ ਨੀਵੇਂ ਸ਼ੂਦਰ ਮੰਨਿਆ ਜਾਂਦਾ ਹੈ। ਤੇ ਮੈਂ ਨਹੀਂ ਲਿਖ ਰਿਹਾ, ਮੇਰੇ ਨਾਲ ਨਾ ਕੋਈ ਨਾਰਾਜ਼ ਹੋ ਜਾਵੇ ਵੀ ਇਹ ਕੀ ਬੋਲ ਰਿਹਾ, ਇਹਦਾ ਮੈਂ ਹਵਾਲਾ ਦਿੰਦਾ। ਨਾਲ ਦਬਸਤਾਨ ਦੇ ਮਜ਼ਾਹਿਬ 6ਵੇਂ ਪਾਤਸ਼ਾਹ ਦੇ ਸਮੇਂ ਮੋਹ ਸੁਲਤਾਨੀ ਆਇਆ, ਇਹ ਅੰਮ੍ਰਿਤਸਰ ਸਾਹਿਬ ਵਿਖੇ ਵੀ ਰਿਹਾ, ਕਰਤਾਰਪੁਰ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ, ਕੀਰਤਪੁਰ ਸਾਹਿਬ ਵਿਖੇ ਵੀ ਆਉਂਦਾ ਰਿਹਾ। ਇਹਨਾਂ ਨੇ ਲਿਖਿਆ, ਰਾਜਪੂਤਾਂ ਦੀ ਚੜ੍ਹਤ ਦੇ ਦਿਨਾਂ ਵਿੱਚ ਰਾਜਪੂਤ ਜੱਟਾਂ ਨੂੰ ਸ਼ੂਦਰ ਹੋਣ ਕਰਕੇ ਪੱਗਾਂ ਨਹੀਂ ਸੀ ਬੰਨ੍ਹਣ ਨੂੰ ਦਿੰਦੇ, ਪਰ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਇਹਨਾਂ ਸ਼ੂਦਰਾਂ ਨੂੰ ਵੀ ਸਭ ਤੋਂ ਉੱਚਾ ਦਰਜਾ ਦਿਵਾ ਦਿੱਤਾ। ਸਿੱਖ ਇਨਕਲਾਬ ਕਿਤਾਬ ਦੇ ਪੰਨਾ 231 ਦਾ ਮੈਂ ਕੋਟੇਸ਼ਨ ਪੜ੍ਹ ਕੇ ਸੁਣਾਈ ਹੈ। ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਦੀ ਮੈਂ ਇੱਕ ਲਿਖਤ ਪੜ੍ਹੀ ਸੀ ਖੁਦ, ਪਰ ਮੈਨੂੰ ਉਹ ਵਿਸਰ ਗਿਆ, ਕਿਤਾਬ ਮੇਰੇ ਤੋਂ ਨੋਟ ਨਹੀਂ ਹੋਈ ਪੰਨਾ। ਉਹਨਾਂ ਨੇ ਲਿਖਿਆ ਸੀ ਕਿ ਪੰਜਾਬ ਦੇ ਵਿੱਚ ਸ਼ੂਦਰ ਇੱਕ ਸਰੀਰ ਹੈ, ਚੰਗੀ ਆਰਥਿਕ ਹੋਣ ਕਰਕੇ ਜੱਟ ਉਸ ਦਾ ਸਿਰ ਬਣ ਗਏ, ਤੇ ਮੰਦੀ ਆਰਥਿਕ ਹੋਣ ਕਰਕੇ ਰੰਗਰੇਟੇ ਉਸ ਦੇ ਪੈਰ ਬਣ ਗਏ, ਹੈ ਸਰੀਰ ਇੱਕੋ ਹੀ ਹੈ। ਸਿੱਖਾਂ ਦੀ ਇੱਕ ਬਹੁਤ ਵੱਡੀ ਰਿਆਸਤ ਦੀ ਲੜਕੀ ਸਾਡੇ ਇਲਾਕੇ ਦੇ ਵਿੱਚ ਹੀ, ਸਾਡੇ ਨੇੜੇ ਹੀ, ਸਾਡੇ ਬਜ਼ੁਰਗ ਆਮ ਗੱਲ ਸੁਣਾਉਂਦੇ ਹੁੰਦੇ ਸਨ। ਪੰਡਿਤ ਆਪਣੇ ਸਾਡੇ ਨੰਬਰਦਾਰ ਅਮਰ ਸਿੰਘ ਜੀ, ਹਰਦਿਆਲ ਸਿੰਘ ਜੀ, ਅਨੰਦਪੁਰ ਸਾਹਿਬ ਦੇ ਸਾਬਕਾ ਪ੍ਰਧਾਨ ਨਗਰ ਕੌਂਸਲ ਦੇ, ਉਹਨਾਂ ਦੇ ਘਰ ਐਮਸੀ ਹੋਣ ਕਰਕੇ ਆਣਾ ਜਾਣਾ ਬਹੁਤ ਹੁੰਦਾ ਸੀ। ਤੇ ਉਹ ਗੱਲ ਸੁਣਾਈ ਸੀ ਕਿ ਉਸ ਰਿਆਸਤ ਦੇ ਲੜਕੇ, ਰਾਜਪੂਤ ਦੇ ਲੜਕੇ ਦੀ ਇੱਕ ਸਿੱਖ ਰਿਆਸਤ ਜੱਟ ਬਰਾਦਰੀ ਵਿੱਚੋਂ ਉਹਦੇ ਨਾਲ ਪ੍ਰੇਮ ਵਿਆਹ ਦੀ ਗੱਲ ਚੱਲੀ, ਤੇ ਉਹ ਰਾਜਾ ਆਪ ਬੜਾ ਬਦ ਸ਼ਕਲ ਸੀ, ਮੂੰਹ ਤੇ ਮੋਕੇ, ਹੋਰ ਇਸ ਤਰ੍ਹਾਂ ਦੀ ਸ਼ਕਲ। ਉਹ ਕੇਵਲ ਆਪਣੇ ਮੁੰਡੇ ਨੂੰ ਗੋਲੀ ਮਾਰਨ ਵਾਸਤੇ ਤਿਆਰ ਹੋ ਗਿਆ ਕਿ ਸ਼ੂਦਰ ਦੀ ਲੜਕੀ ਨੂੰ ਵਿਆਹੇਗਾ, ਸਾਡੇ ਸਮਾਜ ਨੂੰ ਕਲੰਕਿਤ ਕਰ ਦੇਗਾ। ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਹੈ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਵਿੱਚ, ਮੈਂ ਹੁਣ ਇਸ ਪਾਸੇ ਵੱਲ ਬਹੁਤਾ ਟਾਈਮ ਨਾ ਲਾਵਾਂ। ਕਿਰਤੀ ਲੋਕਾਂ ਨੂੰ, ਭਾਵੇਂ ਵੱਡਾ ਸੀ ਛੋਟਾ ਸੀ, ਪੁਜਾਰੀਵਾਦ ਨੇ, ਬ੍ਰਾਹਮਣਵਾਦ ਨੇ ਸਾਰਿਆਂ ਨੂੰ ਹੀ ਸ਼ੂਦਰ ਬਣਾ ਦਿੱਤਾ।
पर गुरु नानक पातशाह की कृपा देखो, गुरु नानक पातशाह ने अपने सिखां लई किरत करना, नाम जपना ते वंड छकना, काल खाए कि छत्थों दे, नानक राह पछाणे से। पहली शर्त ये लाती, जे मेरे सिख बनना है तो किरती बनना पेगा। सो दावे नाल ये गल कही जा सकती है कि अनपढ़ता, अज्ञानता ਅਤੇ ਗੁਰਬਾਣੀ ਸਿੱਖ ਇਤਾਲਤ ਤੇ ਸਿੱਖ ਮਰਜ਼ਾਦਾ ਤੋਂ ਸੱਖਣੇ ਹੋਣ ਕਰਕੇ ਸਿੱਖ ਵੀ ਜਾਤ ਪਾਤ ਦੇ ਗੰਦੇ ਛੱਪੜ ਵਿੱਚ ਡੁੱਬਦੇ ਜਾ ਰਹੇ ਹਨ। ਪੰਜਾਬ ਵਿੱਚ ਇੱਕ ਸਾਜ਼ਿਸ਼ ਅਧੀਨ ਸਨਾਤਨ ਪੁਜਾਰੀਵਾਦ ਦੇ ਏਜੰਟਾਂ ਵੱਲੋਂ ਸਿੱਖਾਂ ਨੂੰ ਗੁੰਮਰਾਹ ਕਰਕੇ ਐਸੇ ਡੇਰੇ ਇਜਾਦ ਕਰ ਦਿੱਤੇ ਗਏ, ਐਸੀਆਂ ਮਰਜ਼ਾਦਾ ਬਣਾ ਦਿੱਤੀਆਂ ਗਈਆਂ ਕਿ ਜਾਤ ਪਾਤ ਦੇ ਉਸ ਛੱਪੜ ਵੱਲ ਜ਼ਬਰਦਸਤੀ ਧੱਕਿਆ ਜਾ ਰਿਹਾ ਹੈ, ਜਿਸ ਸਦਕਾ ਸਾਡਾ ਜ਼ਿਮੀਂਦਾਰ ਧਨਵਾਨ ਦਲਿਤ ਭਾਈਚਾਰੇ ਦੇ ਲੋਕ ਆਪਣੇ ਹੀ ਭਰਾਵਾਂ ਨੂੰ ਸ਼ੂਦਰ ਕਹਿ ਕੇ ਦਬਾ ਰਹੇ ਹਨ। ਇੱਕ ਪਿੰਡ ਦੇ ਵਿੱਚ ਜਾਤਾਂ ਦੇ ਨਾਮ ਤੇ 8-8 ਗੁਰਦੁਆਰੇ ਹੋਂਦ ਵਿੱਚ ਆ ਚੁੱਕੇ ਹਨ। ਪੰਜਾਬ ਦੇ ਲਗਭਗ 85% ਪਿੰਡਾਂ ਵਿੱਚ ਸ਼ਮਸ਼ਾਨ ਘਾਟਾਂ ਵੱਖਰੀਆਂ ਬਣ ਚੁੱਕੀਆਂ ਨੇ, ਜਿੱਥੇ ਜਾ ਕੇ ਸਦਾ ਵਾਸਤੇ ਸੰਸਾਰ ਤੋਂ ਚਲੇ ਜਾਣਾ, ਉਹ ਵੀ ਇਕੱਠੇ ਨਹੀਂ ਫੂਕੇ ਜਾ ਸਕਦੇ। ਔਰ ਪੰਜਾਬੀ ਲੋਕ ਜਾਤ ਪਾਤ ਦੇ ਸਾਰੇ ਵਿਤਕਰਿਆਂ ਦਾ ਸ਼ਿਕਾਰ ਹੋ ਕੇ ਇਸ ਵੇਲੇ ਉਸੇ ਹੀ ਛੱਪੜ ਦੇ ਵਿੱਚ ਡੁੱਬਦੇ ਜਾ ਰਹੇ ਹਨ, ਜਿੱਥੋਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕੱਢਿਆ ਸੀ। ਸੋ ਗੁਰਬਾਣੀ ਵਿੱਚ ਜਾਤ ਪਾਤ ਦਾ ਖੰਡਨ ਜਿਹੜਾ ਕਿਤਨਾ ਕੀਤਾ ਗਿਆ, ਕਿਉਂਕਿ ਮੈਂ ਹਵਾਲੇ ਕੇਵਲ ਪ੍ਰਮਾਣ ਮਾਤਰ ਹੀ ਦੇ ਸਕਾਂਗਾ ਟਾਈਮ ਦੇ ਮੁਤਾਬਕ। ਜਿਤਨੇ ਮਿੰਟ ਬਾਕੀ ਰਹਿੰਦੇ ਨੇ, ਪਹਿਲੇ ਵੀ ਪ੍ਰਮਾਣ ਨਹੀਂ ਮੈਂ ਦੇ ਸਕਿਆ, ਕਿਉਂਕਿ ਪ੍ਰਮਾਣਾਂ ਦਾ ਪੰਨਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਮਾੜੇ ਮੋਟੇ ਅਰਥ ਹੀ ਕਰ ਸਕਾਂਗਾ। ਸੋ ਦਾਅਵੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਜੋ ਜਾਤ ਪਾਤ ਦੇ ਖਿਲਾਫ ਇੱਕ ਪਾਵਨ ਵਿਚਾਰਧਾਰਾ ਦਿੱਤੀ, ਉਹਦੇ ਬਾਰੇ ਪਹਿਲਾਂ ਸਮਝਣਾ, ਕਿਉਂਕਿ ਬਹੁਤ ਪੜ੍ਹਿਆ ਲਿਖਿਆ ਡਾਕਟਰ ਮੰਨਿਆ ਪ੍ਰਮੰਨਿਆ ਵੀਰ, ਉਹਨੇ ਇੱਕ ਗੱਲ ਕੀਤੀ ਸੀ ਕਿ ਆਹ ਇਤਿਹਾਸ ਦੀਆਂ ਜਿਹੜੀਆਂ ਤੁਸੀਂ ਘਟਨਾਵਾਂ ਸੁਣਾ ਰਹੇ, ਇਹ ਹੋ ਸਕਦੀਆਂ ਇਤਿਹਾਸ ਵਿੱਚ ਵਾਧੂ ਘਾਟੂ ਹੋ ਜਾਂਦਾ ਹੈ, ਇਹਦੇ ਵਿੱਚ ਕੁਝ ਸਮੇਂ ਦੇ ਹਾਲਾਤ ਕਰਕੇ ਹੋ ਗਿਆ ਹੋਵੇ, ਪਰ ਜਿੱਥੋਂ ਇਹ ਵਿਚਾਰਧਾਰਾ ਪਨਪ ਹੋਈ, ਐਦਾਂ ਦਾ ਇਤਿਹਾਸ ਸਿਰਜਿਆ ਗਿਆ, ਐਦਾਂ ਦਾ ਇਤਿਹਾਸ ਘੜਿਆ ਗਿਆ। ਪਹਿਲਾਂ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉਹ ਵਿਚਾਰਧਾਰਾ ਤੋਂ ਜਾਣੂ ਕਰਵਾਓ ਕਿ ਉਹਦੇ ਵਿੱਚ ਕੀ ਲਿਖਿਆ ਤੁਹਾਡੇ ਗੁਰੂ ਸਾਹਿਬਾਨ ਨੇ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ, ਜਿਹਦੇ ਵਿੱਚ 35 ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ, ਵੱਖ-ਵੱਖ ਬੋਲੀਆਂ, ਵੱਖ-ਵੱਖ ਸ਼ਕਲਾਂ ਤੇ ਵੱਖ-ਵੱਖ ਇਲਾਕਿਆਂ, ਵੱਖ-ਵੱਖ ਰਾਜਾਂ ਦੇ 35 ਮਹਾਂਪੁਰਸ਼ਾਂ ਦੀ ਬਾਣੀ ਦਰਜ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਮਾਨਵਤਾ ਨੂੰ ਇੱਕ ਪਿਤਾ ਇੱਕ ਸਕੇ ਹਮ ਅਰਥੋਂ ਦਾ ਜੋ ਮਾਣ ਬਖਸ਼ਿਆ, ਉਹਦੇ ਲਈ ਸਭ ਤੋਂ ਪਹਿਲਾਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਬਾਣੀ ਹੀ ਪੜ੍ਹ ਕੇ ਦੇਖ ਲਈਏ। ਪਹਿਲੇ ਮਹਾਂਪੁਰਸ਼ ਸਨ ਹਿੰਦੁਸਤਾਨ ਦੇ, ਜਿਨ੍ਹਾਂ ਨੇ ਜਿੱਥੇ ਰਾਜੇ ਸ਼ੀ ਮੁਕੱਦਮ ਕੁੱਤੇ ਜਾਇਜ਼ ਗਾਇਨ ਬੈਠੇ ਸੁੱਤੇ ਰਾਜਨੀਤਿਕ ਲੋਕਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ, ਉੱਥੋਂ ਸਦੀਆਂ ਦੇ ਲਤਾੜੇ ਜਾ ਰਹੇ ਲੋਕਾਂ ਨੂੰ ਜੋ ਮਾਣ ਸਨਮਾਨ ਦਿੱਤਾ, ਉਹ ਇਸ ਸੱਚੇ ਪਾਤਸ਼ਾਹ ਨੇ ਆਪਣੇ ਆਪ ਨੂੰ ਕਹਿ ਦਿੱਤਾ, ਪਰਵਾਹ ਨਾ ਕਰੋ ਵੱਡਿਆਂ ਦੀ, ਮੇਰੀ ਦੋਸਤੀ ਤੁਹਾਡੇ ਨਾਲ ਹੈ, ਮੈਂ ਤੁਹਾਡੇ ਨਾਲ ਖੜਾ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 15 ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਵਚਨ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕੈ ਰੀਸ। ਮੈਂ ਅੱਜ ਦਲਿਤ ਭਾਈਚਾਰੇ ਨੂੰ ਬੇਨਤੀ ਕਰਾਂਗਾ ਕਿ ਪਰਵਾਹ ਨਾ ਕਰੋ ਕਿਸੇ ਸੰਤ ਮਹਾਂਪੁਰਸ਼ ਬਾਬੇ ਜੋ ਇਸ ਤਰ੍ਹਾਂ ਦੇ ਗੁੰਮਰਾਹ ਕਰ ਰਹੇ ਹਨ, ਦਰਅਸਲ ਉਹ ਸਿੱਖ ਹੀ ਨਹੀਂ, ਉਹਨਾਂ ਨੇ ਸਿੱਖੀ ਦਾ ਬਾਣਾ ਪਾਇਆ ਹੋਇਆ ਹੈ। ਪਰ ਦੂਜੇ ਪਾਸੇ ਜੇ ਸਾਡੀ ਬਾਂਹ ਪਕੜਨ ਵਾਲਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਹੈ, ਕਿਉਂਕਿ ਉਹ ਕਹਿੰਦੇ ਨੇ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਬਖਸ਼ੀਸ਼। ਇਹ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਝੁੰਗੀਆਂ ਦੇ ਵਿੱਚ ਇਹ ਨੀਚ ਵਸਦੇ ਨੇ, ਤੇਰਾ ਵਾਸਾ ਵੀ ਉਹਨਾਂ ਝੁੰਗੀਆਂ ਦੇ ਵਿੱਚ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 24 ਪੰਨੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਦੇਖੋ ਕਿਸ ਤਰ੍ਹਾਂ ਦੇ ਬਚਨ ਲਿਖੇ ਆ, ਸੰਸਾਰ ਦੇ ਲੋਕੋ ਤੁਸੀਂ ਸਭ ਤੋਂ ਨੀਚ ਕਹਿਣ ਲੱਗ ਪਏ ਹੋ ਸੈਂਸੀਆਂ ਨੂੰ, ਜਿਨ੍ਹਾਂ ਨੂੰ ਧਾਨਕ ਵੀ ਕਿਹਾ ਜਾਂਦਾ ਸੀ। ਕਿਉਂ ਕਹਿੰਦੇ ਹੋ? ਮੈਨੂੰ ਪਤਾ ਹੈ ਕਿ ਉਹ ਗਰੀਬੀ ਦੇ ਮਾਰੇ, ਉਹ ਭੁੱਖ ਦੇ ਮਾਰੇ, ਉਹ ਵਿਚਾਰੇ ਬਹੁਤ ਦੁਰਗਤੀ ਵਾਲੀ ਅਵਸਥਾ ਵਿੱਚ ਰਹਿੰਦੇ ਨੇ, ਉਹਨਾਂ ਨੂੰ ਹਮੇਸ਼ਾ ਆਪਣੇ ਨਾਲ 1-2 ਕੁੱਤੇ ਤੇ ਕੁੱਤੀਆਂ ਰੱਖਣੇ ਪੈਂਦੇ ਨੇ, ਤਾਂ ਕਿ ਉਹ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਾਸ਼ਤਾ ਕਰਨ ਵੇਲੇ ਕੋਈ ਨਾ ਕੋਈ ਜਾਨਵਰ ਮਾਰ ਕੇ, ਕਿਉਂਕਿ ਆਰਥਿਕ ਮੰਦੀ ਹਾਲਤ ਉਹਨਾਂ ਦੀ ਐਸੀ ਕਰ ਦਿੱਤੀ ਗੁਲਾਮਾਂ ਦਾ ਹੋਣ ਕਰਕੇ, ਤੇ ਕੁਛ ਹਰ ਵੇਲੇ ਉਹਨਾਂ ਦੇ ਹੱਥ ਵਿੱਚ ਇੱਕ ਛੁਰਾ ਪਕੜਿਆ ਹੁੰਦਾ ਹੈ, ਤੇ ਉਹਨਾਂ ਦੀਆਂ ਸ਼ਕਲਾਂ ਜਿਹੜੀਆਂ ਵਿਚਾਰਿਆਂ ਦੀਆਂ ਸ਼ਕਲ ਤੋਂ ਹੀ ਪਤਾ ਲੱਗ ਜਾਂਦਾ ਇਹ ਨੀਚ ਨੇ। ਪਰ ਮੈਂ ਆਪਣੇ ਆਪ ਨੂੰ ਉਹਨਾਂ ਚੋਂ ਸਮਝਦਾ। ਸੱਚੇ ਪਾਤਸ਼ਾਹ ਨੇ ਕਿਹਾ ਸਾਰੇ ਸੰਸਾਰ ਦੇ ਲੋਕ ਤੁਸੀਂ ਸਹਿਸੀ ਹੋ। ਕਿਉਂ ਸਹਿਸੀ ਹੋ?
क्योंकि हर मनुख के मगर एक कुत्ता, लोभ रूपी कुत्ता लग्या होया है। आसा ते तृष्णा दो कुत्तियां तुहाडे नाल ने, ਜਿਹੜੇ ਭਲਕੇ ਉੱਠ ਕੇ ਅੰਮ੍ਰਿਤ ਵੇਲੇ ਹੀ परमात्मा ਦਾ ਨਾਮ ਸਿਮਰਨ ਦੀ ਬਜਾਏ ਭੌਂਕਣਾ ਸ਼ੁਰੂ ਕਰਦੇ ਨੇ ਆਪਣੀਆਂ ਨਿੱਜੀ ਲੋੜਾਂ ਦੇ ਲਈ। ਤੇ ਤੁਹਾਡੇ ਹੱਥ ਵਿੱਚ ਵੀ ਝੂਠ ਦਾ ਛੁਰਾ ਪਕੜਿਆ ਹੋਇਆ ਹੈ ਤੇ ਕੋਈ ਨਾ ਕੋਈ ਮੁਰਦਾਰ ਤੁਹਾਡੇ ਹੱਥ ਵਿੱਚ ਹੈ, ਭਾਵ ਜਿੱਦਾਂ ਉਹ ਨਿਵਲਾ ਚੱਕ ਕੇ ਰੱਖਦੇ ਨੇ, ਕੋਈ ਗੋਹ ਮਾਰ ਲਈ, ਕੋਈ ਛੋਟਾ ਜਾਨਵਰ ਮਾਰ ਲਿਆ ਆਪਣਾ ਨਾਸ਼ਤਾ ਕਰਨ ਨੂੰ, ਕਿਸੇ ਤਰ੍ਹਾਂ ਦਾ ਹਾਲ ਉਹਨਾਂ ਦਾ ਤੁਹਾਡਾ ਬਣ ਚੁੱਕਾ ਹੈ। ਬਾਬਾ ਜੀ ਦੇ ਬਚਨ, ਇੱਕ ਸਵਾਨ ਦੋ ਸਵਾਨੀ ਨਾਲ, ਭਲਕੇ ਭੌਂਕੇ ਸਦਾ ਵਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਾਹ ਕਰਤਾਰ। ਵੀ ਮੈਂ ਤੁਹਾਡੇ ਵਿੱਚੋਂ ਹਾਂ, ਪਰਵਾਹ ਨਾ ਕਰੋ, ਮੈਂ ਤੁਹਾਡੇ ਨਾਲ ਖੜਾ ਹਾਂ। ਪੰਨਾ 24 ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਪਾਤਸ਼ਾਹ ਦੇ ਬਚਨ। ਕਿਸੇ ਨੇ ਪੁੱਛ ਕੀਤੀ, ਸੱਚੇ ਪਾਤਸ਼ਾਹ ਜੇ ਅਸੀਂ ਪ੍ਰਮਾਤਮਾ ਦਾ ਨਾਮ ਜਪ ਲਈਏ, ਕਿਤੇ ਭਗਤੀ ਵੱਲ ਨੂੰ ਚੱਲ ਪਈਏ, ਤੇ ਸਾਡੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਹੈ, ਸਾਡੇ ਗਲੇ ਵਿੱਚ ਲੋਹੇ ਦਾ ਗੁੱਲਾ ਗਰਮ ਕਰਕੇ ਗਲੇ ਵਿੱਚ ਠੋਕ ਦਿੱਤਾ ਜਾਂਦਾ ਹੈ। ਜੇ ਤੁਹਾਡੇ ਸਿੱਖ ਬਣ ਜਾਈਏ, ਕਿ ਤੁਹਾਡੇ ਉਹਦੇ ਵਿੱਚ ਵੀ ਇਹੀ ਹਾਲ ਹੋਏਗਾ ਸਾਡਾ? ਤੇ ਸੱਚੇ ਪਾਤਸ਼ਾਹ ਨੇ ਜੋ ਬਚਨ ਉਸ ਵੇਲੇ ਕਹੇ, ਉਹ 1256 ਪੰਨੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਬਚਨ, ਜਾਤ ਕੁਲੀਨ ਸੇਵਕ ਜੇ ਹੋਏ, ਤੰਕਾ ਕਹਿਣਾ ਕਹੋ ਨਾ ਕੋਏ, ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਣੀਆਂ ਪਹਿਰੇ ਸੋਏ। ਭਾਵ ਜੇ ਕੋਈ ਵੱਡੀ ਜਾਤ ਦਾ ਪਰਮਾਤਮਾ ਦਾ ਭਗਤ ਬਣ ਗਿਆ, ਉਹਦਾ ਤਾਂ ਕਹਿਣਾ ਹੀ ਕੀ ਹੈ, ਤੰਕਾ ਕਹਿਣਾ ਕਹੋ ਨਾ ਕੋਏ, ਵਿੱਚ ਸਨਾਤੀ, ਸਭ ਤੋਂ ਛੋਟੀਆਂ 7 ਜਾਤਾਂ ਵਿੱਚੋਂ ਜੇ परमात्मा का कोई भगत पैदा हो गया, नानक पणियां पैरे सोए, वे मेरे खल दे मोजड़े उहदे लई हाजिर हन। ये गुरु नानक पातशाह 1256 पन्ने ते, किसी पैगंबर ने यह गल नहीं सी आखी। शूद्रां दी खातर जो कुछ होया, कुछ हवाले रह भी गए, और तुसीं पढ़ भी लिया। जिहड़े समय दे अवतार पीर पैगंबर अपने आप नूं वड्डे वड्डे कहाउंदे सन, ये गल किते नहीं मिलेगी। सच्चे पातशाह एक जगह होर कहते हैं, फक्कड़ जाति फक्कड़ नाओ, फक्कड़ मैंने हुंदा फजूल। और संसार के लोगों, फजूल का अहंकार ना करो जात पात का। और ये वड्डी जात के नाम लै लैके अज साडी बदकिस्मती, असीं भी संधू गिल भल्ले पकौड़े आदि अपने आप को कहा रहे हैं, पर गुरु पातशाह ने कहा फजूल गल्लां ने। फक्कड़ जाति फक्कड़ नाओ, सबना जियां इको छाओ, आपो जे को भला कहाए, नानक तां पर जापे जां पत लेखे पाए। भी ये तो पता उदों ही लगेगा, कचकाई उत्थे पाए, जो परमात्मा की दरगाह दे विच किसी ने जात पात नहीं पूछनी। ये पन्ना 85 श्री गुरु ग्रंथ साहब, जाति दे क्या हथ सच परखिए, भी जात का किसी ने पूछना नहीं, उत्थे सच के आधार से परखिया जाना है। मोहरा होवे हथ मरीए चखीए, ते जहर जिहड़ी तुसीं खा रहे हो जात पात दे अहंकार दी, इहनूं टच करन दे नाल जीव नाल ते मौत ही होनी, भाव आत्मक मौत जिहड़ी वाकई आत्मक मौत होंदी है। सच्चे की सरकार जुग जुग जानिए, हुक्म ने सरदार दर दीवानी है। सच्चे पातशाह ने इत्थों तक कह दिता, खसम विसारे ते कमजात, भी जिहड़ा रब नूं भुल गया, काम क्रोध लोभ मोह अहंकार निंदा चुगली ईर्खा द्वेष मन वचन कर्म करके जिन्हों रब भुलिया होया है, वो भावें ब्राह्मण है, भावें राजपूत है, भावें खत्तरी है, भावें शूद्र है। शूद्र भी वही जे रब नूं भुलिया होया, खसम विसारे ते कमजात, सब तो नीच जात हो है। फिर खसम विसारे ते कमजात, नानक नामे वाज सनात। गुरु पातशाह ने इसलिए हुक्म किया सी, जानो जोत ना पूछो जाति, आगे जात ना है। पन्ना 349 उत्ते गुरु नानक पातशाह कहते परमात्मा की दरगाह विच किसी ने जात पात नहीं पूछनी, उत्थे तक कर्मां दे आधार ते लिखे होणगे। अगे जात ना जोर है, अगे जीव नवे, जिनकी लिखे पत पवे चंगे सही के। फिर जात जन्म ना पूछिए, सच कर लियो बताए, सा जात सा पत है जे कर्म कमाए। ये पन्ना 1330 उत्ते, ऐसे जरन बिरले जगयंत्र परख खजाने पाया, जात वर्ण ते भय अतीता ममता लोभ चुकाया। पन्ना 1345 गुरु नानक पातशाह दे पावन बचन। गुरु अंगद देव जी महाराज ने दूजे जामे किया सी, कथा कहानी बेदी आनी, पाप पुन विचार, दे दे लेना लैला देना, नरक सुर्ग अवतार। ये पन्ना 1243 उत्ते, उत्तम मध्यम जाति जिनसी भरम भवै संसार। भी वड्डी जात, विचकारली जात, छोटी जात, ये फलानी जात, इन्हां दे करके ही सारा संसार वहमां भरमां दे विच पिया होया है। गुरु पातशाह ने किन्ना मान दिता साडे बजुर्गां नूं, ये नामा छींबा कबीर जुलाहा, पूरे गुरते गत पाई, ब्रह्म के बेते शब्द पछाणे, हौमे जात गवाई,
ਸੁਰ ਨਰ ਤਿਨਕੀ ਬਾਣੀ ਗਾਵੇ, ਕੋਏ ਨਾ ਮੇਟੇ ਭਾਈ। ਪੰਨਾ 67 ਦੇ ਉੱਤੇ ਅੱਗੇ ਰੂਪ ਜਾਤ ਨਾ ਜਾਏ, ਤੇ ਹੋਵੇ ਜਿਹਾ ਕਰਮ ਕਮਾਏ, ਤਿਹਾ ਹੋਵੇ ਜਿਹੇ ਕਰਮ ਕਮਾਏ। ਸ਼ਬਦੇ ਉੱਚੋ ਉੱਚਾ ਹੋਏ। ਇਹ ਜੇ ਬਾਣੀ ਨਾਲ ਜੁੜਾਂਗੇ ਤੇ ਸਮਝੋ ਸਭ ਤੇ ਉੱਚਾ ਹੋਈ ਹੈ। ਫਿਰ ਨਾਨਕ ਸੱਚ ਸਮਾਵੇ ਸੋਏ। ਇਸੇ ਤਰ੍ਹਾਂ ਭਗਤ ਰਤੇ ਸੇ ਉਤਮਾ ਜਦ ਪਰ ਛੱਡਦੇ ਹੋਏ, ਬਿਨ ਨਾਮੇ ਸਭ ਨੀਚ ਜਾਤ ਹੈ, ਵਿਸ਼ਟਾ का कीड़ा होए। गुरु अमरदास जी इतों तक कहते हैं, जात का गर्व ना करे कोई, ब्रह्म बिंदे ते ब्राह्मण होई। जात का गर्व ना कर मूर्ख गवारा। जे कोई सिख होके भी जात का हंकार करता है तो गुरु पातशाह कहते मूर्ख है, गवार है, वो जड है। इस गर्व ते चले बहुत विकारा। वे इस जात पात के करके ही बहुत विकार ਜਿਹੜੇ ਬੰਦੇ ਦੇ ਮਨ ਵਿੱਚ ਪੈਦਾ ਹੋ ਜਾਂਦੇ ਨੇ। ਇਹ ਪੰਨਾ 1127 ਤੋਂ ਤੀਜੇ ਪਾਤਸ਼ਾਹ ਦਾ ਬਚਨ। ਨੀਚ ਜਾਤ ਹਰ ਜਪਤਿਆਂ ਕਿੰਨਾ ਮਾਣ ਦਿੱਤਾ, ਉੱਤਮ ਪਦਵੀ ਪਾਏ। ਪੁੱਛੋ ਵਿਦਰਦਾਸੀ ਸੁਤੇ, ਕ੍ਰਿਸ਼ਨ ਉਤਰਿਆ ਜਿਸ ਘਰ ਆਏ। ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮ ਖਿਕ ਗਾਏ। ਪਤਤ ਜਾਤ ਉੱਤਮ ਭਇਆ ਚਾਰ ਵਰਨ ਪੈ ਭਗਾਏ। ਨਾਮ ਦੇ ਪ੍ਰੀਤ ਲਗੀ ਹਰ ਸਿੱਧੀ ਲੋਕ ਸੀਪਾ ਕਹੇ ਬੁਲਾਏ। ਖੱਤਰੀ ਬ੍ਰਾਹਮਣ ਪਿੱਠ ਦੇ ਛੋੜੇ, ਸਭ ਛੱਡ ਦਿੱਤੇ ਪ੍ਰਮਾਤਮਾ ਨੇ। हर नाम दियो, हर ने परमात्मा ने नाम दियो लिया मुखलाए। महला चौथा गुरु रामदास जी के बचन 766 पन्ने थे। ब्राह्मण खत्री शूद्र वै चार वर्ण चार आश्रम है। जो हर त्यावे सो प्रधान, जिन चंदन निकट वसे रंड बपरा त्यों सत संगत मिल पतत परवान। धन गुरु रामदास जी महाराज के बचन। पंजवें पातशाह के बचन भी सुन लीए। नंगा खाट शास्त्र होए ज्ञाता, ये 6 शास्त्र ਦਾ ਜਾਣੂ ਵੀ ਹੋਵੇ, 6 ਕਰਮ ਵੀ ਕਰਦਾ ਹੋਵੇ। ਪੂਰਖ ਕੁੰਭਕ ਰੇਚਕ ਕਰਮਾਤਾ। ਖਾਲੇ ਵੀਰ ਹਰਜੀਤ ਸਿੰਘ ਜੀ ਨੇ ਪ੍ਰਮਾਣ ਬੋਲ ਕੇ ਦੱਸਿਆ ਸੀ, ਅੰਦਰ ਸਾਹ ਖਿੱਚਣਾ, ਬਾਹਰ ਕੱਢਣਾ ਤੇ ਅੰਦਰ ਰੋਕਣਾ, ਇਹ ਯੋਗਮਾਤ ਦੀਆਂ ਕਿਰਿਆਵਾਂ ਵੀ ਕਿਉਂ ਨਾ ਕਰਦਾ ਹੋਵੇ। ਫਿਰ ਗਿਆਨ ਧਿਆਨ ਤੀਰਥ ਇਸ਼ਨਾਨੀ। ਗਿਆਨ ਭਾਵ ਗਿਆਨ, ਧਿਆਨ ਬੜਾ ਧਿਆਨੀ ਹੋਵੇ, ਤੀਰਥਾਂ ਤੇ ਇਸ਼ਨਾਨ ਵੀ ਕਰਦਾ ਹੋਵੇ, ਸੋਮ ਪਾਕ ਵੀ ਇੰਨਾ ਸ਼ੁੱਧ ਹੋਵੇ ਵੀ ਚੰਦਰਮੇ ਦੀ ਰੋਸ਼ਨੀ ਵਿੱਚ ਬਹਿ ਕੇ ਰੋਟੀ ਖਾਂਦਾ ਹੋਵੇ। अपरसो ध्यानी, किसी नाल टच भी ना करता होवे। राम नाम संग मन नहीं हेता। ये परमात्मा के नाम नाल प्यार नहीं, परमात्मा की साजी कायनात नहीं। जो कि किन्नो सौ नेता वहां ते उत्तम गणो चंडाला नानक जे मन बसे गोपाला। सब तो नीच तुसीं चंडाल नूं कहंदे, पर जो परमात्मा नाल जुड़ गया ते समझो वो भी सब तो उत्तम बन गया। जिस नीच को कोई न जाने, नाम जप तो चौकुट माने। ਇਹ ਸਾਰੇ ਪੰਨੇ ਮੈਂ ਨਾਲ ਨਾਲ ਦਿੱਤੇ ਨੇ ਗੁਰੂ ਪਾਤਸ਼ਾਹ ਨੇ, ਕਿਉਂਕਿ ਪੁਜਾਰੀਵਾਦ ਨੇ, ਸਨਾਤਨ ਪੁਜਾਰੀਵਾਦ ਨੇ ਕਿਹਾ ਸੀ ਛੋਟੀ ਜਾਤ ਦਾ ਭਗਤ ਹੀ ਨਹੀਂ ਬਣ ਸਕਦਾ, ਕਿਉਂਕਿ ਇਹ ਕੇਵਲ ਹਥਕਾਰ ਵੱਡਿਆਂ ਵਾਸਤੇ। ਗੁਰੂ ਪਾਤਸ਼ਾਹ ਨੇ ਕੀ ਕਿਹਾ, ਅਵਸਥਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਬਾਤ ਨਾ ਆਦਰੋ ਧਿਆਨ ਪ੍ਰਮਿੰਨਾ, ਮਿੱਤਰ ਨਾ ਇਕਤਾ ਰੂਪਹੀਨ ਕੇ ਸਾਖ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਇਸकी ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ। ਇੱਥੋਂ ਤੱਕ ਬਚਨ ਲਿਖਦੇ ਨੇ कि कबीर बामन गुरु है जगत का भक्तन का गुरु ना है, हर जुर्ज के पचमुआ चारे वेदों माहे। 1377 पन्ने ते मेरे वो वीर पढ़ लैन कि किस विचारधारा ने सानू तुहानू इन्ना मान दिता। ये गुरु पातशाह की बाणी विचों पता लगता है। बाबा कबीर जी के जग पावन बचन ध्यान नाल सुन लियो कि गर्भवास में कुल नहीं जाती। जो मां के पेट विच सी उदों तेरी किहड़ी कुल किहड़ी जात सी। ब्रह्म बिन ते सब उत्पत्ति कौरे पंडित बामन कब के होए। बामन कह के जन्म मत खोए रहाओ, जो तू ब्राह्मण ब्रह्म नहीं जाया तो अनबाट काहे नहीं आया। भी शूद्र भी उसे रास्ते जमया, फिर तू नक चों निकल जाता, कन्ना चों आ जाता, 9 दरवाजे हैगे सी ना, फिर नवा रास्ता क्यों नहीं। पर ये दस, जो तू ब्राह्मण ब्रह्म नहीं जाया तो अनबाट काहे नहीं आया। तुम कद ब्राह्मण हम कद शूद, हम कद लोहू तुम कद दूध। दूध या तेरी बांह बढ़ के देखा जेता दूध निकलिया, वाकया तू वड्डा है, पर जे मेरे वर्गा है खून ही है तेरे विच, फिर दस तू कितों का वड्डा होया। को कबीर जो ब्रह्म विचारे सो ब्राह्मण कही है हमारे। श्री गुरु ग्रंथ साहब जी का 324 पन्ना है, जिथे श्लोक दर्ज है। बाबा जी ने बड़ी इनकलाबी विचारधारा बनारस की रख के तेन यही मान हो गया ना, तू एक तंद का जंजू पाया होया है, ते जेड़ा एक सूत का जंजू पा के तू मैनू शूद्र कहंदा आप वड्डा बन गया। मेरे घर तां मैं जुलाहे का काम करदा, क्विंटला दे वधी सूत मेरे घर पिया होया है, ਤੇ ਦੱਸ ਵੱਡਾ ਤੂੰ ਹੈ ਜਾਂ ਮੈਂ ਤਾਂ ਲੋਕਾਂ ਨੂੰ ਖੇਸ ਬੁਣ ਕੇ ਦਿੰਦਾ ਹਾਂ। ਬਾਬਾ ਜੀ ਦੇ ਉਹ ਸ਼ਬਦ ਕਿ ਹਮ ਕਰ ਸੂਤ ਤਨੇ ਨਿਤ ਤਾਨਾ ਕੰਠ ਜਨੇ ਤੁਮਾਰੇ, ਤੁਮ तो वेद पढ़ो गायत्री गोविंद हृदय हमारे, मेरी जेवा विष्णु नारायण हृदय बसे गोविंदा।
जम द्वार जा पकड़ सफरे तब क्या कह मुकंदा हम गोरू वे सानू तू गऊंगा बना छड्या तुम ग्वार गुसाई जन्म जन्म के जन्म जन्म रखवारे जन्मां जन्वंतरां तो सानू गुलाम बनाया होया पर कबू ना पार उतार ते आयो कैसे खत्म मारे कदिया संसार सागर तो पार टप्पण दा तां रास्ता ही नहीं दस्या फिर होर गल बाबा जी कहन लगे तू ब्राह्मण मैं कांशी की जुला ठीक है तू ब्राह्मण कंची दा है तो मैं भी जुला हाँ बूझो मोर के आना तुम तो जाचे भूत राजे हर्षम मोर ते आना वे मेरे तो मन च परमात्मा हर वेले वादा ते तू राजे महाराजे दियां चापलूसियां दान दून लैण वास्ते तू वड्डे लोकां दियां मिन्नतां करदा जाके इसलिए ये शब्द 482 पन्ना बाबा कबीर जी का है। अज साढ़े च बीमारी पै गई मैं किसी महान हस्ती ने पूछा तुसी क्यों नहीं बोल रहे जात पात के खिलाफ आप कुछ हो गया दलित भाईचारा बाबा संगत सिंह जी दलदिया ने पिटन स्यापा किया सारिया जथेबंदियों ने कहा तो मैंने वो जवाब मिला कह लगे जी वो कहते साढ़े च कोई जात पात नहीं है उन्होंने महापुरुषों ने कहा असी विवेक का पहरा देंगे हैं ते विवेकता गुरु महाराज ने कहा सी अरदास विच असीं रोजाना 7 किस्म का दान मंगते तो विवेक विच चंगे मंदे की पछाण गुरमत ते मनमत की पछाण पर वो विवेक काहदा होया ये तो विवेक वही है जो सुच भिट दा वहम साडे दूजे भाईचारे विच सी अज विवेक दे नाम थले सुचमताई दे नाम थले अज वही कुछ कर लिया पर बाबा कबीर जी ने एक गल आखी सी कि सुचम बंदा हो ही नहीं सकता सुच्चा बंदा कौन है महाराज ने कहा माता झूठी पिता भी झूठा झूठे ही फल लागे आवे झूठे जाए झूठे झूठे मरे भागे वो पंडित सुचा कवन ठाओ जहां वैसो भोजन खाओ रहाओ जेवा झूठी बोल झूठा करने सब झूठे इंद्री की झूठ तरस नाही ब्रह्म अगन के लूटे अगन भी झूठा झूठी पानी झूठा झूठी वैस पकाया झूठी करसी परीक्षण लागा झूठे ही बैठ खाया ते बाबा जी कहते गोबर झूठा चौंका झूठा झूठी दीनी कारा कह कबीर तेई नर सूचे सच परी विचारा ये हृदय दे विच आ गुरबाणी तुर्की बाणी आई ये विचारधारा पै जावे कि सब तो वड्डे ये 1185 पन्ने ते बाबा कबीर जी का शब्द है एक शब्द होर दो तीन प्रमाण दे के मैं समाप्ति कर लवां मेरा कड़ी गल ध्यान है महात्मा बुद्ध जी हड़ंबे की धरती ते मरे क्योंकि उन्होंने शूद्रां दी बांह पकड़ी सी ते जिन्हें भी शूद्रां दी बांह पकड़ी ना उहदा बीज नाश करने लई पुजारीवाद ने सनातन पुजारीवाद ने सदियां तो पूरा जोर ला दिता ऐदा दा इतिहास जो अज साडा इतिहास घड़िया जा रहा उन्होंने रलगड़ की जा रही उदा ही महात्मा बुद्ध के मुखी चेलियां च 12 ये पुजारीवाद के बंदे भेस बदल के शामिल हो गए ते जो उन्होंने उत्थे कहानियां लिखियां किते फिर वेले टाइम मैं आप जी नूं दसांगा महात्मा बुद्ध जी ने हड़ंबे की धरती ते मरे सन ते पुजारीवाद ने कहानी घड़ दी बई जी जेड़ा हड़ंबे की धरती ते मरेगा वो खोते की जून पेगा अज गुरु साहब बारे भी ऐदा दी कत्तर के विसाख किताब पढ़ के देख लियो पता लगेगा सरदार करम सिंह स्टोरन की कि कित्थे जाके कहानी किवें घड़ी गई पर अज सारी कौम जिहड़ी उधर मानता दे रही है जो दुश्मन ने साडा इतिहास लिया खैर बाबा जी ने अंतले समय उस धरती से चल गए हड़ंबे की धरती से जो किसी ने पूछा बाबा जी उत्थे मरना तो खोते की जून च पैंदा ते बाबा जी के पावन बचन के मनो कठोर भावें शूद्र है भावें ब्राह्मण है जे मन का पापी मन का बेईमान ठग जे बनारस की धरती से भी मर जाए ना नरक ना बाचिया जाए पर हर का संत मरे हड़ंबे ते सगली सैन तराई ताही बाबा जी ने कहा सी पंडित मुल्ला जो लिख दिया छाड़ चले हम कछु ना लिया ये बाबा जी का शब्द 1159 पन्ने ते श्लोक है बाबा रविदास जी का यह शब्द दर्ज किया गया भी अपन बापे ना ही किसी को पावन को हर राजा बाबा जी का एक और शब्द ये जो कहते ने खट कर्म कुल संयुक्त है हर भगत हृदय ना बेशक ते 6 कर्म करी जा 6 शास्त्रां के मुताबिक जिंदगी बतीत कर ले पर चरनार बिंद ना कथा भावे सो पाच तोल समान ये परमात्मा की याद परमात्मा की जोत सारे नहीं ना देखे तो यह सच जानी तुम कुत्ते का मांस खाण वाला शूद्र है भावें बड़ी जात का है भावें छोटी जात का बाबा जी फिर अपने मन में संबोधन करते हैं रे चित चेत चेता चेत काहे ना वाल्मीकि कहते भाई वाल्मीकि वाल क्यों नहीं देखता पर उन्होंने भी कहानियां घड़ के डाकू बनाता करके 4 वाल्मीकि जो मिथास के मशहूर ने तो साढ़े प्रचारक खां खा अपने गल फाहा पा लेंगे है जो सीधा ही अटैक बाबा वाल्मीकि से कर देंगे है जबकि वाल्मीकि वो नहीं है वाल्मीकि होर सी पर रामायण लिखने वाले जो वाल्मीकि है ये होर ने इदा के 4 डॉक्टर अपने भाई जगतार सिंह जी जाजक साहब ने बड़ा लंबा लेख जो स्पोक्समैन लिखा सी
सो बाबा जी के पावन बचन रे चित चेत 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 काले ना बाल्मीकि देख, किस जात ते कै पदे अमरे राम भगत अभिषेक स्वान छत्र। लोग कहते कि कुत्तियां का दुश्मन है, आजात सब ते छोटी जात का है, पर होया कि स्वान छत्र आजात सब ते कृष्ण लावे लोग बपरा क्या सराहे तीन लोग प्रवेश। बाबा रविदास जी के बचन भी श्री गुरु ग्रंथ साहब के पन्ना 1124 ते गुरु नानक पातशाह गुरु अर्जन देव जी ने आप दर्ज किए। बाबा जी जिदा गुरु नानक पातशाह ने कहा ना सारी दुनिया सेंसी बन गई। आ देखो बाबा जी का एक शब्द कह के मैं खेमा मंग लैनी, चिमरटा गांठ ना जान ही लोग गठावे पन ही। फिर सारी दुनिया चमार बन चुकी है, क्योंकि सारे अपने शरीर रूपी जुत्ती को गठ रहे हैं। सारिਆਂ चिंता जी अपने शरीर की पई हुई है। हार ना ही जे तोपो कि मेरे को मोह की वो हार नहीं, मेरे को लोभ की वो रंबी नहीं जिन्हें लोग जुत्तियां गठाते हैं। लोग गंठ गंठ खरा बिगुचा होवन गंठे जाए पहुंचा, रविदास जपै राम नामा मोह जम से ना ही कामा। ते मैं तो परमात्मा का नाम जपदा हाँ, इसलिए ना जिउंदे जी मेरा काम करो लो मोह कार जो जात हो मैं ਇਹਦੇ ਨਾਲ कोई संबंध रहा ना मरण के बाद जमा नाल, पर तुसी जरूर जमा की पाई विच वधदे जा रहे हो। ऐदां दे बचन गुरु अर्जन पातशाह ने जे गुरु ग्रंथ साहब विच दर्ज कीते तां उन्हां नूं तत्ती तवी ते बिठा के उबलदी देग चों उबाल के तत्ती रेत सीस ते पा के शहीद करन दे विच इस पुजारीवाद का भी सब तो वड्डा हथ सी। इतिहासक तौर पर पहले पातशाह तो लैके 10वें पातशाह तक की सच्चे पातशाह ने मर्यादावां बनाईयां जिन्हां सारे भाईचारा इकट्ठा रहा, की कारनामे कीते ये अगले लैक्चर दे विच करांगे। अज बहुत सारियां गलतियां रह गईयां होणगीਆਂ टाइम की बंदिश करके, भावें सारी रात लैक्चर दे जाइए तो मैटर मुक्कण वाला नहीं। गुरु ग्रंथ साहब महाराज का अथाह समुंदर है, इसलिए गुरु ग्रंथ साहब जी की विचारधारा जुड़ी है। मैं अपने सारे भाईचारे सिख भाईचारे को बेनती करांगा, ये खत्तरी ब्राह्मण शूद वैश्य उपदेश चौं वर्णा को साझा है। आओ गुरबाणी को अपने जीवन का आधार बनाइए ताकि लोग सुखीए परलोक सेले तां ही होणगे जे जात पात के गंदे छप्पड़ विचों निकल गए। रामदास सरोवर नहाते, राम दे दासां दा सरोवर सत्संगत विच भी जाइए, गुरबाणी विच भी स्नान करिए, फिर सब उतरे पाप कमाते। आओ गुरबाणी को अपने जीवन का आधार बना के इस लोक ते परलोक नूं सुखी कर लिए। बहुत बहुत धन्यवाद जी, सारिਆਂ ने बहुत ध्यान नाल सुनिया। कोई सवाल होया तो बाद विचार लवांगे। वीर हरजीत सिंह जी, चरणजीत सिंह जी, सरदार राजा सिंह जी, सारे वीर जिहड़े इकट्ठे हो गए ना, ये करोना ने सानू सारिਆਂ ਨੂੰ इकट्ठे करता। सारिਆਂ ਦਾ ਧੰਨਵਾਦ। ये समा मिलता भुल गलती लिखे मैं प्रबंध ਨੂੰ फतेह। वाहिगुरू जी का खालसा, वाहिगुरू जी की फतेह।